ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰਦੇ। ਕਲਗੀਧਰ ਪੰਥ ਦੇ ਵਾਲੀ ਸਤਿਗੁਰੂ ਜੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਆਣ ਕੇ ਬਿਰਾਜਮਾਨ ਹੋਏ ਹਨ। ਸਤਿਗੁਰੂ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾਂ ਜੀ ਕਲਗੀਧਰ ਜੀ ਨੂੰ ਸ੍ਰੀ ਦਮਦਮਾ ਸਾਹਿਬ ਆਣ ਕੇ ਮਿਲੇ ਹਨ। ਇਹਨਾਂ ਦੇ ਮਨ ਦੇ ਵੈਰਾਗ ਨੂੰ ਵੇਖਦਿਆਂ ਗੁਰਦੇਵ ਨੇ ਤਿਨਾਂ ਨੂੰ ਧੀਰਜ ਦਿੱਤਾ ਹੈ ਔਰ ਆਖਿਆ ਕਿ ਸੂਰਬੀਰ ਬਹਾਦਰ ਯੋਧਿਆਂ ਦੀਆਂ ਮਤਾਵਾਂ ਨੇਤਰਾਂ ਚੋਂ ਨੀਰ ਨਹੀਂ ਵਹਾਉਂਦੀਆਂ। ਤੁਹਾਡੇ ਪੁੱਤਰਾਂ ਨੇ ਬਹਾਦਰੀ ਨਾਲ ਸੂਰਬੀਰਤਾ ਨਾਲ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ। ਭਾਈ ਡੱਲਾ ਜੀ ਜੋ ਇਸ ਇਲਾਕੇ ਦੇ ਚੌਧਰੀ ਹਨ, ਬੜੇ ਸਨਿਮਰ ਭਾਵ ਨਾਲ ਸਤਿਗੁਰਾਂ ਦੀ ਸੇਵਾ ਟਹਿਲ ਕੀਤੀ। ਗਰੀਬ ਨਵਾਜ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਨੇ। ਇਲਾਕੇ ਦੀਆਂ ਸੰਗਤਾਂ ਨੂੰ, ਦੂਰ ਦਰੇਡੇ ਦੀਆਂ ਸੰਗਤਾਂ ਨੂੰ ਪਤਾ ਲੱਗ ਰਿਹਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਆਣ ਬਿਰਾਜੇ ਨੇ ਆ ਕੇ ਕਮਰ ਕੱਸਾ ਜੰਗ ਦਾ ਖੋਲ ਦਿੱਤਾ ਹੈ। ਤੋ ਬੇਅੰਤ ਸੰਗਤਾਂ ਆਪੋ ਆਪਣਿਆਂ ਨਗਰਾਂ ਤੋਂ ਹੁਮ ਹੁਮਾ ਕੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪੁੱਜ ਰਹੀਆਂ ਹਨ। ਆਓ ਕਲਗੀਆਂ ਵਾਲੇ ਸਾਹਿਬ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ, ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਪਾਈ ਸ਼੍ਰੀ ਪ੍ਰਭ ਚੜ ਅਖੀਰ ਕੋ ਚਾਲੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਦਮਦਮਾ ਸਾਹਿਬ ਤੋਂ, ਕਿਉਂਕਿ ਗੁਰਦੇਵ ਅਖੇਰ ਕਰਦੇ ਨੇ, ਸ਼ਿਕਾਰ ਖੇਡਦੇ ਨੇ। ਅੱਜ ਕਈ ਦਿਨਾਂ ਬਾਅਦ ਸਤਿਗੁਰੂ ਜੀ ਸ਼ਿਕਾਰ ਤੇ ਚੜ ਕੇ ਚੱਲੇ ਹਨ। ਸੰਗੀ ਸਿੰਘ ਅਰੂੜਤ ਜਾਲੇ। ਮਹਾਰਾਜ ਜੀ ਦੇ ਜਿਹੜੇ ਸੰਗੀ ਸਿੰਘ ਨੇ, ਬਹਾਦਰ ਯੋਧੇ ਹਨ, ਸੂਰਮੇ ਹਨ, ਸਾਰੇ ਘੋੜਿਆਂ ਤੇ ਸਵਾਰ ਹੋ ਕੇ ਸਤਿਗੁਰੂ ਜੀ ਦੇ ਨਾਲ ਚੱਲੇ ਹਨ। ਜਬ ਡੇਰੇ ਤੇ ਨਿਕਸਨ ਲਾਗੇ। ਦਮਦਮਾ ਸਾਹਿਬ ਜਿੱਥੇ ਸਤਿਗੁਰਾਂ ਦਾ ਡੇਰਾ ਹੈ, ਜਿੱਥੇ ਅੱਜ ਕੱਲ੍ਹ ਸਾਹਿਬ ਦਾ ਪਾਵਨ ਤਖਤ ਸੋਭਨੀਕ ਹੈ, ਇੱਥੋਂ ਜਿਸ ਵਕਤ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਚੱਲੇ, ਕਯੋ ਸਦ ਇੱਕ ਇਸਤਰੀ ਆਗੇ। ਇਹਨੇ ਨੂੰ ਅਚਾਨਕ ਇੱਕ ਇਸਤਰੀ ਸਤਿਗੁਰਾਂ ਦੇ ਘੋੜੇ ਦੇ ਸਾਹਮਣੇ ਆਣ ਖਲੋਤੀ ਤੇ ਸਤਿਗੁਰੂ ਜੀ ਘੋੜੇ ਤੇ ਸਵਾਰ ਸਨ। ਇਹ ਸਤਿਗੁਰਾਂ ਦੇ ਸਨਮੁਖ ਆ ਕੇ ਖਲੋਤੀ ਤੇ ਇੱਕ ਉੱਚੀ ਜੀ ਬੋਲੀ ਦੇ ਵਿੱਚ ਸੱਦ ਬੋਲਣ ਲੱਗੀ। ਬਿਨੇ ਕਰੇਂਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ। ਸਤਿਗੁਰੂ ਜੀ ਦੇ ਸਨਮੁਖ ਖਲੋ ਕੇ ਇਹਨੇ ਇੱਕ ਸੱਦ ਪੜਿਆ, ਬੜਾ ਸੋਹਣਾ ਛੰਦ ਬਣਾ ਕੇ। ਸੱਦ ਜਿਵੇਂ ਮਾਲਵੇ ਦੇ ਇਲਾਕੇ 'ਚ ਉੱਚੀ ਹੇਕ ਲਾ ਕੇ ਬੋਲਦੇ ਨੇ, ਉਸ ਹੇਕ ਦੇ ਨਾਲ ਇਹਨੇ ਉਹ ਸੱਦ ਪੜਿਆ। ਆਈ ਇਹ ਮਾਝੇ ਦੇ ਇਲਾਕੇ 'ਚੋਂ ਸੀ।
ਸਦ ਪੜਿਆ ਬੜੇ ਸੋਹਣੇ ਢੰਗ ਦਾ, ਬਿਨੈ ਕਰੇਂਦੀ ਵੇ। ਏਦਾਂ ਬੜੀ ਲੰਮੀ ਹੇਕ ਲਾ ਕੇ ਨਾ ਪੜ੍ਹਦੇ ਹੁੰਦੇ ਆ ਸਦ। ਬਿਨੈ ਕਰੇਂਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਓ, ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ। ਸੋਹਣੀ ਦਾੜੀ ਬੀਬੀ ਪੱਗੇ। ਆਹਾ, ਕੈਸੀ ਸੋਹਣੀ ਦਾੜੀ, ਸੋਹਣਾ ਦਾੜਾ, ਇਹ ਕਲਗੀਆਂ ਵਾਲੇ ਪਾਤਸ਼ਾਹ ਆਪ ਜੀ ਦੇ ਸੋਹਣੇ ਚਿਹਰੇ ਤੇ ਹੈ। ਸੁੰਦਰ ਸੋਹਣਾ ਦਾੜਾ, ਬੀਬੀ ਪੱਗੇ। ਬੀਬੀ ਦਾ ਮਤਲਬ ਸੁੰਦਰ ਪੱਗ, ਸੋਹਣੀ ਦਸਤਾਰ ਆਪ ਜੀ ਦੇ ਸੀਸ ਦੇ ਉੱਤੇ ਸ਼ੋਭਨੀਕ ਹੈ। ਗੋਤ ਵੜਾਏ ਚ ਪਿੰਡ ਹੈ ਚੱਬੇ। ਹੁਣ ਆਪਣੇ ਬਾਰੇ ਵੀ ਦੱਸਦੀ ਆ ਵੀ ਮੈਂ ਕੌਣ ਹਾਂ। ਮਹਾਰਾਜ ਵੜੈਚ ਗੋਤ ਹੈ ਮੇਰਾ, ਵੜੈਚ ਗੋਤ ਦੇ ਵਿੱਚ ਮੇਰਾ ਜਨਮ ਹੋਇਆ। ਪਿੰਡ ਹੈ ਚੱਬੇ, ਤੇ ਮੇਰੇ ਸਾਹਿਬ ਜੀ ਮੇਰਾ ਚੱਬਾ ਪਿੰਡ ਹੈ। ਚੱਬੇ ਦੇ ਲਾਗੇ ਇਸ ਮਾਈ ਦਾ ਉਹ ਅਸਥਾਨ ਹੁਣ ਵੀ ਸ਼ੋਭਨੀਕ ਹੈ। ਨਗਰ ਹੀ ਵਸਿਆ, ਉਸ ਨਗਰ ਦਾ ਨਾਮ ਹੈ ਗੁਰਦੁਆਰਾ ਸੰਗਰਾਣਾ ਸਾਹਿਬ। ਚੱਬਾ ਉਹ ਅਸਥਾਨ ਹੈ ਸ਼ਹੀਦਾਂ ਦਾ। ਬਾਬਾ ਨੌਦ ਸਿੰਘ ਜੀ ਮਹਾਨ ਸ਼ਹੀਦ, ਜਿਨ੍ਹਾਂ ਦਾ ਸਮਾਧਾ ਉੱਥੇ। ਸਾਹਮਣੇ ਸੜਕ ਲੰਘਦੀ ਹੈ, ਕੋਈ ਟਰੈਕਟਰ, ਕੋਈ ਸਕੂਟਰ, ਟਰਾਲੀ, ਸਾਈਕਲ, ਟਰੱਕ ਜਦੋਂ ਉੱਥੋਂ ਲੰਘਦਾ ਉੱਥੇ ਆਪਣਾ ਟਰੱਕ ਬ੍ਰੇਕ ਮਾਰਦੇ ਨੇ। ਕੋਈ ਵੀ ਵਾਹਨ ਹੁੰਦਾ ਬ੍ਰੇਕ ਮਾਰ ਕੇ ਮੱਥਾ ਟੇਕ ਕੇ ਜਥਾ ਸ਼ਕਤ ਆਪਣੀ ਤਿਲ ਫੁੱਲ ਭੇਟਾ ਦੇ ਕੇ ਫਿਰ ਉੱਥੋਂ ਲੰਘਦੇ ਆ। ਸੀਸ ਝੁਕਾਏ ਬਿਨਾਂ ਨਹੀਂ ਕੋਈ ਲੰਘਦਾ ਉੱਥੋਂ। ਇਹੋ ਜਿਹਾ ਮਹਾਨ ਸ਼ਹੀਦੀ ਅਸਥਾਨ ਹੈ ਉੱਥੇ ਬਾਬਾ ਨੌਦ ਸਿੰਘ ਜੀ ਦਾ। ਉਹ ਚੱਬਾ ਪਿੰਡ ਹੈ, ਉਹਦੇ ਨੇੜੇ ਅਸਥਾਨ ਹੈ ਸੰਗਰਾਣਾ ਸਾਹਿਬ, ਜਿੱਥੋਂ ਦੀ ਇਹ ਮਾਈ ਰਹਿਣ ਵਾਲੀ ਸੀ। ਕਹਿਣ ਲੱਗੀ ਜੀ ਗੋਤ ਬੜਾਇਚ ਪਿੰਡ ਹੈ ਚੱਬੇ। ਮਹਾਰਾਜ ਬੜੈਚ ਗੋਤ ਹੈ ਮੇਰਾ ਔਰ ਮੈਂ ਚੱਬੇ ਪਿੰਡ ਦੀ ਰਹਿਣ ਵਾਲੀ ਹਾਂ। ਖਾਲੀ ਚੱਲੀ ਜੇ ਇੱਕ ਫਲ ਲੱਗੇ। ਮਹਾਰਾਜ ਖਾਲੀ ਚੱਲੀਆਂ ਸੰਸਾਰ ਤੋਂ, ਲੋਕ ਕਹਿੰਦੇ ਆ ਇਹਦੀ ਕੁੱਖ ਨਹੀਂ ਹਰੀ ਹੋਣੀ, ਇਹਨੇ ਉਹ ਚਲੀ ਜਾਣਾ ਸੰਸਾਰ ਤੋਂ। ਏਦਾਂ ਕਹਿੰਦੇ ਨੇ ਸ਼ਰੀਕੇ, ਏਦਾਂ ਕਹਿੰਦੇ ਆ ਲੋਕ। ਮਹਾਰਾਜ ਦੁਨੀਆ ਕਹਿੰਦੀ ਆ ਵੀ ਇਹਨੇ ਖਾਲੀ ਚਲੀ ਜਾਣਾ। ਮੈਂ ਤੁਹਾਡੀ ਸ਼ਰਨ ਚ ਆਈ ਆ ਮਹਾਰਾਜ, ਖਾਲੀ ਜਾਂਦੀ ਨੂੰ ਮੈਨੂੰ ਵੀ ਇੱਕ ਫਲ ਲੱਗ ਜੇ, ਮੇਰੀ ਵੀ ਗੰਢ ਪੈ ਜੇ ਸੰਸਾਰ ਨਾਲ, ਮੈਨੂੰ ਵੀ ਇੱਕ ਫਲ ਲੱਗ ਜਾਏ। ਇਹ ਬੇਨਤੀ ਤੁਹਾਡੇ ਚਰਨਾਂ ਚ ਕਰਨ ਆਈ ਹਾਂ। ਸੁਨ ਸਾਹਿਬ ਤਿਸ ਕੀ ਦਿਸ਼ਹੇਰ। ਜਦੋਂ ਸਤਿਗੁਰੂ ਜੀ ਨੇ ਇਸ ਮਾਈ ਵੱਲ ਵੇਖਿਆ ਤੇ ਪਾਤਸ਼ਾਹ ਮੁਸਕਰਾ ਪਏ। ਮੁਸਕਰਾ ਕੇ ਕਹਿੰਦੇ ਮਾਈ ਇੱਕ ਵਾਰੀ ਫੇਰ ਪੜ, ਬੜੀ ਸੋਹਣੀ ਹੇਕ ਲਾਈ ਹੈ। ਪਾਤਸ਼ਾਹ ਕਹਿੰਦੇ ਇੱਕ ਵਾਰੀ ਫੇਰ ਪੜ। ਇਹਨੇ ਫੇਰ ਪੜਿਆ ਬਿਨੈ ਕਰੇਂਦੀ ਵੇ ਸਤਿਗੁਰ ਗੋਬਿੰਦ ਸਿੰਘ ਅੱਗੇ। ਸੋਹਣੀ ਦਾਹੜੀ ਬੀਬੀ ਪੱਗੇ, ਗੋਤ ਬੜਾਇਚ ਪਿੰਡ ਹੈ ਚੱਬੇ। ਖਾਲੀ ਚੱਲੀ ਜੇ ਇੱਕ ਫਲ ਲੱਗੇ। ਪਾਤਸ਼ਾਹ ਬੜੇ ਖੁਸ਼ ਹੋਏ, ਸੁਣ ਕੇ ਪ੍ਰਸੰਨ ਹੋਏ। ਕਹਿੰਦੇ ਫਿਰ ਪੜ ਮਾਈ ਇੱਕ ਵਾਰ। ਮੁਸਕਰਾ ਕੇ ਬੋਲੇ ਇਸਤਰੀ ਸੁਨ ਕਰ ਬੋਰੇ ਉਚਾਰਾ। ਇਹਨੇ ਸਾਹਿਬ ਦੇ ਬਚਨ ਸੁਣ ਕੇ ਇੱਕ ਵਾਰ ਫੇਰ ਉਸੇ ਤਰ੍ਹਾਂ ਉਹ ਛੰਦ ਜਿਹੜਾ ਬਣਾ ਕੇ ਲਈ ਸੀ ਨਾ, ਗਰੀਬ ਨਵਾਜ ਪਾਤਸ਼ਾਹ ਜੀ ਦੇ ਸਨਮੁਖ ਪੜਿਆ, ਗਾਵਿਆ। ਪੂਰਬ ਗਾਵਿਓ ਜਿਸੀ ਪ੍ਰਕਾਰਾ। ਜਿਵੇਂ ਇਹਨੇ ਪਹਿਲੋਂ ਗਾ ਕੇ ਕਿਹਾ ਸੀ ਨਾ, ਉੱਚੀ ਹੇਕ ਲਾ ਕੇ ਸੱਦ, ਉਸੇ ਤਰ੍ਹਾਂ ਦੁਬਾਰਾ ਫੇਰ ਉਸੇ ਤਰ੍ਹਾਂ ਹੇਕ ਲਾ ਕੇ ਸੱਦ ਗਾਵਿਆ। ਬੂਜੀ ਪ੍ਰਭੂ ਕਹਾਂ ਤੇ ਆਈ। ਸੁਣ ਕੇ ਮਹਾਰਾਜ ਖੁਸ਼ ਹੋਏ ਤੇ ਕਹਿੰਦੇ ਮਾਈ ਦੱਸ ਸਹੀ ਵੀ ਆਈ ਕਿੱਥੋਂ ਹੈ। ਕੌਣ ਦੇਸ਼
ਕਿਸ ਗ੍ਰਾਮ ਬਸਾਈ। ਮਹਾਰਾਜ ਜੀ ਕਹਿੰਦੇ ਕਿਹੜਾ ਦੇਸ਼ ਹੈ ਤੇਰਾ, ਕਿਸ ਇਲਾਕੇ ਤੋਂ ਹੈ, ਕਿਹੜੇ ਪਿੰਡ ਦੇ ਵਿੱਚ ਵਸਦੀ ਹੈ। ਗੁਰੂ ਗਰੀਬ ਨਿਵਾਜ ਸੁਨੀਜੈ। ਅੱਗੋਂ ਹੱਥ ਜੋੜ ਕੇ ਬੋਲੀ, ਹੇ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ। ਚੱਬਾ ਮਾਝੇ ਦੇਸ਼ ਜਨੀਜੈ। ਮਹਾਰਾਜ ਮਾਝੇ ਦੇ ਇਲਾਕੇ ਵਿੱਚ ਇੱਕ ਪਿੰਡ ਹੈ ਚੱਬਾ। ਚੱਬਾ ਪਿੰਡ ਮਹਾਰਾਜ ਜੀ ਮਾਝੇ ਦੇ ਇਲਾਕੇ ਦੇ ਵਿੱਚ ਹੈ। ਸ਼੍ਰੀ ਅੰਮ੍ਰਿਤਸਰ ਦੱਖਣ ਪਾਸੇ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੱਖਣੀ ਬਾਹੀ ਵਾਲੇ ਪਾਸੇ ਪਿੰਡ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੱਖਣੀ ਬਾਹੀ ਹੈ ਉਸ ਪਾਸੇ ਮਹਾਰਾਜ ਜੀ ਇਹ ਪਿੰਡ ਵਸਦਾ ਹੈ। 3 ਕੋਸ ਪਰ ਗ੍ਰਾਮ ਸੁਬਾਸੇ। ਚੱਬੇ ਤੋਂ ਤਕਰੀਬਨ 3 ਕੋਹ ਦੀ ਵਾਟ ਦੇ ਉੱਤੇ ਇੱਕ ਪਿੰਡ ਹੈ ਸੰਗਰਾਣਾ। ਤੇ ਮੈਂ ਆਈ ਤਾਰੇ ਆਸਾ। ਇਹ ਗਰੀਬ ਨਵਾਜ ਉੱਥੋਂ ਮੈਂ ਆਪਣੇ ਮਨ ਚ ਆਈ ਆਸ ਧਰ ਕੇ ਕਿ ਮੈਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਵੇ। ਏਦਾਂ ਦਾ ਇੱਕ ਪ੍ਰਸੰਗ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ ਵੀ ਹੈ। ਉਦੋਂ ਵੀ ਇੱਕ ਮਾਈ ਨੇ ਆ ਕੇ ਬੇਨਤੀ ਕੀਤੀ ਸੀ ਮੇਰੇ ਸਾਹਿਬ 6ਵੇਂ ਗੁਰਦੇਵ ਦੇ ਚਰਨਾਂ 'ਚ, ਮਹਾਰਾਜ ਇੱਕ ਪੁੱਤਰ ਦੀ। ਪਾਤਸ਼ਾਹ ਕਹਿੰਦੇ ਤੇਰੇ ਭਾਗਾਂ 'ਚ ਨਹੀਂ ਲਿਖਿਆ। ਕਹਿਣ ਲੱਗੀ ਮਹਾਰਾਜ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਲਿਆ ਕਲਮ ਸ਼ਾਹੀ। ਲਿਖਣ ਲੱਗੇ 1 ਤੇ 7 ਪੈ ਗਿਆ। ਮਹਾਰਾਜ ਜੀ ਕਹਿੰਦੇ ਲੈ 1 ਲੈਣ ਆਈ ਸੀ 7 ਹੋਣਗੇ, ਹੁਣ ਸਾਨੂੰ ਕਿੰਨੇ ਦੇਵੇਂਗੀ, ਸਾਨੂੰ ਕਿੰਨੇ ਭੇਟ ਕਰੇਂਗੀ। ਕਹਿੰਦੀ ਮਹਾਰਾਜ 7 ਪੁੱਤਰ ਨੇ, 7 ਦੇ ਕੰਮ ਵੱਖੋ ਵੱਖਰੇ ਹੋਣੇ ਨੇ, ਭੇਟਾ ਕਰਨ ਜੋਗਾ ਤਾਂ ਹੋਣਾ ਹੀ ਨਹੀਂ ਕੋਈ। ਇੱਕ ਵਾਂਢੇ ਜਾਇਆ ਕਰੇਗਾ, ਇੱਕ ਘਰ ਦੀ ਕੋਈ ਖੇਤੀ ਸਾਂਭਿਆ ਕਰੇਗਾ, ਇੱਕ ਮਾਲ ਡੰਗਰ ਸਾਂਭਿਆ ਕਰੇਗਾ, ਇੱਕ ਪੜੇ ਪੰਚਾਇਤਾਂ 'ਚ ਬੈਠਿਆ ਕਰੇਗਾ। 7 ਦੇ ਕੰਮ ਗਣਾਤੇ। ਕਲਗੀਧਰ ਪਾਤਸ਼ਾਹ ਦੇ ਵੇਲੇ ਵੀ ਇਹ ਦੁਬਾਰਾ ਇਹ ਪ੍ਰਸੰਗ ਘਟਿਆ। ਇਹ ਚੱਬੇ ਦੇ ਨੇੜੇ ਸੰਗਰਾਣੇ ਪਿੰਡ ਦੀ ਰਹਿਣ ਵਾਲੀ ਮਾਈ ਸਤਿਗੁਰੂ ਜੀ ਨੂੰ ਦੱਸ ਰਹੀ ਹੈ, ਮਹਾਰਾਜ ਉੱਥੋਂ ਮੈਂ ਆਪਣੇ ਮਨ 'ਚ ਆਸ ਧਾਰਨ ਕਰਕੇ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਈ ਹਾਂ। ਜਾਚਨ ਪੁੱਤਰ ਆਪ ਕੇ ਪਾਸਾ। ਤੁਹਾਡੇ ਚਰਨਾਂ 'ਚੋਂ ਮਹਾਰਾਜ ਪੁੱਤਰਾਂ ਦੀਆਂ ਦਾਤਾਂ ਲੈਣ ਆਈ ਹਾਂ। ਬੈਠੇ ਸਭਾ ਨ ਮੰਗਿਓ ਗਇਓ। ਤੁਸੀਂ ਜਦੋਂ ਸਭਾ 'ਚ ਬੈਠੇ ਸੀ ਉੱਥੋਂ ਮੇਰੇ ਕੋਲੋਂ ਮੰਗਿਆ ਨਹੀਂ ਗਿਆ, ਮੇਰੇ ਮਨ 'ਚ ਲਾਜ ਆ ਗਈ। ਸਭਾ ਵਿੱਚ ਬੈਠੇ ਸੀ, ਉੱਥੇ ਮੈਂ ਆਪ ਜੀ ਦੇ ਚਰਨਾਂ 'ਚੋਂ ਮੰਗ ਨਹੀਂ ਸਕੀ। ਸਦ ਬਿਕੇ ਤੁਮ ਸਨ ਕਹਿ ਦਿਓ। ਹੁਣ ਮੈਂ ਸੱਦ ਬਣਾਇਆ ਤੇ ਸੱਦ ਬਣਾ ਕੇ ਤੁਹਾਡੇ ਚਰਨਾਂ ਵਿੱਚ ਘੋੜੇ ਤੇ ਚੜਿਆਂ ਨੂੰ ਬੇਨਤੀ ਕੀਤੀ ਹੈ। ਦੂਰ ਪੰਥ ਤੇ ਮੈਂ ਚੱਲ ਆਈ। ਮਹਾਰਾਜ ਬੜਾ ਲੰਮਾ ਪਿੰਡ ਆ, ਉਹ ਕਿੱਥੇ ਚੱਬੇ ਦਾ ਇਲਾਕਾ, ਕਿੱਥੇ ਦਮਦਮਾ ਸਾਹਿਬ। ਪੈਦਲ ਚੱਲ ਕੇ ਆਈ ਸੀ ਮਾਈ ਉੱਥੋਂ। ਮਹਾਰਾਜ ਬੜਾ ਲੰਮਾ ਪੈਂਡਾ ਤੈਅ ਕਰਕੇ ਦੂਰੋਂ ਚੱਲ ਕੇ ਆਈਆਂ, ਬੜੀ ਵੱਡੀ ਆਸ ਰੱਖ ਕੇ। ਪੁਰੋ ਕਾਮਨਾ ਸ਼ਰਨ ਤਕਾਈ। ਮਹਾਰਾਜ ਤੁਹਾਡੀ ਸ਼ਰਨ ਤੱਕ ਕੇ ਆਈ ਹਾਂ, ਮੇਰੀ ਕਾਮਨਾ ਪੂਰਨ ਕਰ ਦਿਓ। ਹੇ ਦਇਆਨਿਧ ਗਰੀਬ ਨਵਾਜ ਸਾਹਿਬ ਜੀ, ਮੇਰੀ ਕਾਮਨਾ ਪੂਰਨ ਕਰ ਦਿਓ, ਮੈਂ ਤੁਹਾਡੀ ਸ਼ਰਨ ਆਈ ਹਾਂ। ਸੁਨ ਪ੍ਰਭ ਹੁਕਮ ਦਾਸ ਕੋ ਕਹਿਓ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਦਾਸ ਨੂੰ, ਸੇਵਾਦਾਰ ਨੂੰ ਹੁਕਮ ਕੀਤਾ, ਮਸ ਅਰ ਕਲਮ ਆਨ ਅਬ ਚਿਓ। ਮਹਾਰਾਜ ਜੀ ਕਹਿੰਦੇ ਜਾ ਵੀ ਸੇਵਾਦਾਰਾ ਇੱਕ ਸਿਆਹੀ ਤੇ ਕਾਗਜ਼ ਲੈ ਕੇ ਆ ਤੇ ਕਲਮਦਾਨ ਲੈ ਕੇ ਆ। ਲਿਆਇਓ ਤੁਰਤ ਗੁਰੂ ਲਿਖ ਦੀਨਾ। ਸਤਿਗੁਰੂ ਜੀ ਦਾ ਬਚਨ ਸੁਣ ਕੇ ਸਿੱਖ ਉਸੇ ਵੇਲੇ ਕਾਗਜ਼ ਤੇ ਕਲਮਦਾਨ ਲੈ ਆਇਆ। ਮਹਾਰਾਜ ਜੀ ਨੇ ਕਾਗਜ਼ ਦੇ ਉੱਤੇ ਲਿਖਿਆ, ਸਿੱਖ ਨੇ ਦੇ ਬੇਹਿਤ ਕਰ ਲੀਨਾ। ਔਰ ਸਤਿਗੁਰੂ ਜੀ ਦੇ ਕੋਲੋਂ ਕਾਗਜ਼ ਲੈ ਕੇ ਉਸ ਮਾਈ ਨੂੰ ਦੇਣ ਵਾਸਤੇ ਸਿੱਖ ਨੇ ਲਿਆ। ਗੁਰ ਬੋਲੇ ਇੱਕ ਸੁਤ ਤੋਏ ਦਇਓ। ਮਹਾਰਾਜ ਜੀ ਨੇ ਏਦਾਂ ਇੱਕ ਜਿਹਾ ਲਿਖ ਕੇ ਨਾ ਕਾਗਜ਼ ਤੇ ਬੋਲੇ, ਕਹਿੰਦੇ ਲੈ ਮਾਈ ਇੱਕ ਪੁੱਤਰ ਤੈਨੂੰ ਦਿੱਤਾ। ਕਾਗਜ਼ ਪਿਕਤ ਸਿੱਖ ਲਖ ਲਿਓ। ਉਹ ਕਾਗਜ਼ ਸਿੱਖ ਨੂੰ ਫੜਾਇਆ ਵੀ ਲੈ ਮਾਈ ਨੂੰ ਦੇ ਦੇ। ਸਿੱਖ ਨੇ ਜਦੋਂ ਏਦਾਂ ਕਾਗਜ਼ ਵੇਖਿਆ, ਮਹਾਰਾਜ ਇਹ ਸਾਤਾ ਪਇਓ। ਸਿੱਖ ਕਹਿਣ ਲੱਗਾ ਮਹਾਰਾਜ ਲਿਖਿਆ ਤੁਸੀਂ ਇੱਕ ਹੈ, ਪੈ ਤਾਂ 7 ਆ ਗਿਆ, ਇਹ ਤਾਂ 7 ਪਿਆ ਹੋਇਆ ਮਹਾਰਾਜ। ਤੁਸੀਂ ਇੱਕ ਲਿਖਿਆ
ਗਰੀਬ ਨਵਾਜ ਜੀ ਇਹ ਤਾਂ ਸੱਤ ਪਿਆ ਹੋਇਆ, ਸਾਤਾ ਪਿਆ ਹੋਇਆ। ਮੁਕਤੇ ਕਯੋ ਏਕ ਸੁਤ ਦਿਓ। ਲਿਖਿਆ ਤੁਸੀਂ ਸੱਤ ਹੈ, ਕਿਉਂਕਿ ਘੋੜੇ ਤੇ ਬੈਠਿਆ ਲਿਖਿਆ ਹੱਥ ਹਿੱਲਿਆ ਤੇ ਇੱਕ ਦਾ ਸੱਤ ਬਣਿਆ। ਤੁਸੀਂ ਮੁਖੋਂ ਆਖਿਆ ਵੀ ਇੱਕ ਹੋਵੇਗਾ, ਲਿਖਿਆ ਤੁਸੀਂ ਸੱਤ ਹੈ। ਸੁਨ ਪ੍ਰਭ ਕਯੋ ਸਪਤਈ ਹੋਏ। ਸੁਣ ਕੇ ਮਹਾਰਾਜ ਜੀ ਕਹਿੰਦੇ ਭਾਈ ਸੱਤ ਹੀ ਹੋਣਗੇ, ਹੁਣ ਸੱਤ ਹੀ ਹੋਣਗੇ। ਮੇਰੇ ਸਾਹਿਬ ਵੱਡੇ ਦਾਤੇ ਹਨ। ਆਖਿਆ ਜੇ ਮੂੰਹ ਪਹਿਲਾਂ ਇੱਕ ਕਿਹਾ ਤੇ ਲਿਖਿਆ ਸੱਤ ਗਿਆ ਨਾ, ਤੇ ਜਿੰਨਾ ਲਿਖਿਆ ਗਿਆ ਹੋਵੇਗਾ ਉਨਾ ਹੀ। ਕਹਿੰਦੇ ਹੁਣ ਸੱਤ ਹੀ ਹੋਣਗੇ। ਆਏ ਦੂਰ ਤੇ ਜਾਚਿਓ ਮੋਏ। ਨਾਲੇ ਮਾਈ ਦੂਰੋਂ ਆਈ ਆ ਚੱਲ ਕੇ, ਤੇ ਏਡੀ ਦੂਰੋਂ ਆ ਕੇ ਨੇ ਮੰਗਿਆ। ਲੈ ਕਾਗਦ ਇਸਤਰੀ ਹਰ ਖਾਈ। ਉਹ ਕਾਗਜ਼ ਉਸ ਮਾਈ ਨੇ ਜਿਹੜੀ ਚੱਬਿਓਂ ਆਈ ਸੀ ਚੱਲ ਕੇ, ਉਹ ਕਾਗਜ਼ ਲੈ ਕੇ ਬੜੀ ਖੁਸ਼ ਹੋਈ, ਪ੍ਰਸੰਨ ਹੋਈ। ਉਹਨੇ ਨਹੀਂ ਜਾਣਿਆ ਵੀ ਇਹ ਕਾਗਜ਼ ਦਾ ਟੁਕੜਾ ਮਿਲਿਆ। ਏਦਾਂ ਪ੍ਰਸੰਨ ਹੋਈ ਵੀ ਇਹ ਕਾਗਜ਼ ਦਾ ਟੁਕੜਾ ਨਹੀਂ, 7 ਪੁੱਤਰ ਮੈਨੂੰ ਮਿਲ ਗਏ ਨੇ, ਕਲਗੀਧਰ ਜੀ ਨੇ ਬਖਸ਼ੇ ਨੇ। ਇੰਨੀ ਖੁਸ਼ੀ, ਇੰਨਾ ਆਨੰਦ ਉਸ ਮਾਈ ਦੇ ਹਿਰਦੇ ਵਿੱਚ ਵਰਤਿਆ। ਕਰ ਬੰਧਨ ਕੋ ਸਦਨ ਸਿਧਾਈ। ਸਤਿਗੁਰੂ ਜੀ ਨੂੰ ਬੰਦਨਾ ਕਰਕੇ, ਨਮਸਕਾਰ ਕਰਕੇ ਉਹ ਮਾਈ ਆਪਣੇ ਨਗਰ ਚਲੀ ਗਈ। ਉੱਥੇ ਉਸ ਮਾਈ ਦਾ ਸਥਾਨ ਜਿੱਥੇ ਉਹ ਰਹੀ, ਸੰਗਰਾਣਾ ਸਾਹਿਬ ਸਥਾਨ ਹੈ। ਜੋੜ ਮੇਲਾ ਵੀ ਹੁੰਦਾ ਉੱਥੇ ਸਾਲਾਨਾ, ਬਹੁਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ। ਤੋ ਕਲਗੀਧਰ ਪਾਤਸ਼ਾਹ ਜੀ ਕੋਲੋਂ ਇਹ ਬਖਸ਼ਿਸ਼ਾਂ ਲੈ ਕੇ ਬੜੀ ਖੁਸ਼ੀ ਨਾਲ ਮਾਈ ਆਪਣੇ ਨਗਰ ਵਿੱਚ ਆ ਗਈ। ਸਮਾਂ ਪਾਏ ਸੁਤ ਸਾਤੇ ਉਪਾਏ। ਕਹਿੰਦੇ ਸਮਾਂ ਪਾ ਕੇ ਇਸ ਮਾਈ ਦੀ ਕੁੱਖ ਤੋਂ 7 ਪੁੱਤਰਾਂ ਨੇ ਵਾਰੋ ਵੇਰੀ ਜਨਮ ਲਿਆ। ਗੁਰ ਮਹਿਮਾ ਕੋ ਬਹੁ ਵਿਦਤਾਏ। ਔਰ ਉਸ ਮਾਈ ਨੇ ਗੁਰੂ ਸਾਹਿਬ ਦੀ ਵੱਡੀ ਭਾਰੀ ਮਹਿਮਾ ਨੂੰ ਪ੍ਰਗਟ ਕੀਤਾ। ਜਿਨ੍ਹਾਂ 7 ਪੁੱਤਰਾਂ ਦਾ ਜਨਮ ਹੋਇਆ, ਉਹਨਾਂ ਨੂੰ ਵੀ ਕਿਹਾ ਤੁਹਾਡਾ ਜਨਮ ਗੁਰੂ ਕਲਗੀਧਰ ਜੀ ਦੇ ਬਚਨਾਂ ਨਾਲ ਹੋਇਆ। ਉਹਨਾਂ ਨੇ ਵੀ ਅੱਗੇ ਗੁਰੂ ਕਲਗੀਧਰ ਜੀ ਦੀ ਬੜੀ ਭਾਰੀ ਸੋਭਾ ਪ੍ਰਗਟ ਕੀਤੀ। ਪੁਨ ਉਦਿਆਨ ਸ਼ਿਕਾਰ ਸਿਧਾਰੇ। ਇਹ ਤਾਂ ਸੀ ਉਸ ਮਾਈ ਦਾ ਪ੍ਰਸੰਗ, ਉਹ ਤਾਂ ਚਲੀ ਗਈ। ਇਧਰ ਹੁਣ ਕਲਗੀਧਰ ਪਾਤਸ਼ਾਹ ਜੀ ਘੋੜੇ ਤੇ ਚੜੇ ਸ਼ਿਕਾਰ ਨੂੰ ਗਏ। ਇਤੇ ਉਤ ਵਿਚਰਤ ਮ੍ਰਿਗਨ ਨਿਹਾਰੇ। ਇਧਰ ਉਧਰ ਵਿਚਰਦੇ ਨੇ, ਬਨ ਵਿੱਚ ਜੰਗਲ ਵਿੱਚ ਸ਼ਿਕਾਰ ਲੱਭਦੇ ਨੇ ਹਿਰਨ ਦਾ। ਨਹੀਂ ਅਖੀਰ ਕਹੂੰ ਤੇ ਪਾਵਾ। ਜਦੋਂ ਸ਼ਿਕਾਰ ਤੇ ਚੜੇ ਤੇ ਵਾਹਵਾ ਦੂਰ ਤੱਕ ਚਲੇ ਗਏ, ਲੱਭਦੇ ਲੱਭਦੇ ਸ਼ਿਕਾਰ ਨਾ ਲੱਭੇ। ਮਹਾਰਾਜ ਜੀ ਕਹਿੰਦੇ ਵੀ ਸ਼ਿਕਾਰ ਲੱਭਣਾ, ਕੋਈ ਹਿਰਨ ਦਾ ਸ਼ਿਕਾਰ ਵੇਖ ਲੋ, ਹੋਰ ਨਹੀਂ ਕੋਈ ਲੱਭਿਆ ਤਾਂ ਜਿਉਂ ਭਾਲਣ ਲੱਗੇ, ਕਹਿੰਦੇ ਸ਼ਿਕਾਰ ਨਹੀਂ ਮਿਲਿਆ। ਤਬ ਸਿੰਘਨ ਸਨ ਪ੍ਰਭੂ ਅਲਾਵਾ। ਦੁਪਹਿਰਾ ਹੋ ਗਿਆ, ਸਵੇਰ ਤੋਂ ਨਿਕਲੇ ਤੇ ਦੁਪਹਿਰੇ ਤੱਕ ਸ਼ਿਕਾਰ ਹੀ ਨਹੀਂ ਮਿਲਿਆ। ਅੱਗੇ ਕਦੇ ਅੱਜ ਤਾਈਂ ਇਹੋ ਜਿਹਾ ਹੋਇਆ ਹੀ ਨਹੀਂ, ਖੇਡ ਹੀ ਨਹੀਂ ਵਰਤੀ ਵੀ ਜੰਗਲ ਦਾ ਇਲਾਕਾ, ਉੱਥੇ ਘਟੋ ਘੱਟ ਕੋਈ ਪੰਛੀ ਤਿੱਤਰ ਬਟੇਰਾ ਤਾਂ ਮਾਰ ਹੀ ਲੈਂਦੇ ਆ ਨਾ। ਅੱਜ ਇਹੋ ਜੀ ਖੇਡ ਵੀ ਕੋਈ ਵੀ ਸ਼ਿਕਾਰ ਨਹੀਂ ਮਿਲਿਆ। ਸਵੇਰ ਤੋਂ ਚੱਲੇ ਨੇ, ਦੁਪਹਿਰਾ ਹੋ ਗਿਆ। ਸਤਿਗੁਰੂ ਜੀ ਨੇ ਘੋੜਾ ਰੋਕਿਆ, ਜਿੰਨੇ ਨਾਲ ਸਿੰਘ ਸਨ ਸਾਰਿਆਂ ਨੂੰ ਸੰਬੋਧਨ ਕਰਕੇ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਕੈ ਸਿੱਖ ਨੇ ਕੰਗਾ ਨੇ ਕਰਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਦੱਸੋ, ਤੁਹਾਡੇ ਚੋਂ ਕਿਸੇ ਸਿੰਘ ਨੇ ਕੰਗਾ ਨਹੀਂ ਕੀਤਾ ਅੱਜ ਜਦੋਂ ਸਵੇਰੇ ਆਇਆ ਚੱਲ ਕੇ? ਦੁਮਾਲਾ ਨਹੀਂ ਝੁਲਾਇਆ ਦੁਬਾਰੇ, ਕੰਗਾ ਨਹੀਂ ਕੀਤਾ ਅੱਜ ਕਿਸੇ ਸਿੰਘ ਨੇ ਤੁਹਾਡੇ ਚੋਂ। ਜਿਸ ਤੇ ਨੇ ਸ਼ਿਕਾਰ ਕਰ ਪਰਿਓ। ਇਸੇ ਕਰਕੇ ਦੁਪਹਿਰ ਹੋ ਗਈ ਆ, ਸਵੇਰ ਦੇ ਟੁਰਿਆਂ ਨੂੰ ਸ਼ਿਕਾਰ ਨਹੀਂ ਲੱਭਿਆ। ਵੇਖੋ ਸਤਿਗੁਰੂ ਜੀ ਜਿੱਥੇ ਅਧਿਆਤਮਿਕ ਤੌਰ ਤੇ ਸਾਨੂੰ ਨਿਰਮਲ ਰੱਖਦੇ ਨੇ, ਉੱਥੇ ਸਰੀਰਕ ਤੌਰ ਤੇ ਵੀ ਪਾਤਸ਼ਾਹ ਨੇ ਸਾਨੂੰ ਨਿਰਮਲ ਰਹਿਣ ਦੀ ਮਰਿਆਦਾ ਸਿਖਾਈ ਹੈ। ਰਹਿਤਨਾਮਿਆਂ 'ਚ ਬਕਾਇਦਾ ਦਾਤਣ ਕਰਨ ਦਾ ਹੁਕਮ ਹੈ। ਦਾਤਨ ਨੀਤ ਕਰੈ ਤਾਂ ਸੁਖ ਪਾਵੈ ਲਾਲ ਜੀ। ਦਾਤਣ ਕਰਨ ਦਾ ਹੁਕਮ, ਕੇਸਾਂ ਵਿੱਚ 2 ਵੇਲੇ ਕੰਘਾ ਫੇਰਨ ਦਾ ਹੁਕਮ, ਦਸਤਾਰ ਨੂੰ ਚੁਣ ਕੇ 2 ਵੇਲੇ ਸੀਸ ਤੇ ਸਜਾਣ ਦਾ ਹੁਕਮ, ਤੋ ਇਸ ਪ੍ਰਕਾਰ ਨਾਲ ਇਸ਼ਨਾਨ ਪਾਨ ਕਰਨ ਦਾ ਹੁਕਮ। ਤੋ ਸਰੀਰਕ ਤੌਰ ਤੇ ਵੀ ਸਤਿਗੁਰੂ ਜੀ ਨੇ ਸਾਨੂੰ ਨਿਰਮਲ ਕੀਤਾ, ਮਨ ਕਰਕੇ ਵੀ ਔਰ ਤਨ ਕਰਕੇ। ਮਰਿਆਦਾ ਸਿਖਾ ਰਹੇ ਨੇ ਸਿੰਘਾਂ ਨੂੰ ਵੀ ਜਦੋਂ ਕਿਤੇ ਚੜ ਕੇ ਜਾਣਾ, ਕਿਸੇ ਵੀ ਕੰਮ ਨੂੰ ਜਾਣਾ, ਤੇ ਕੇਸਾਂ 'ਚ ਕੰਘਾ ਫੇਰਿਆ ਹੋਣਾ ਚਾਹੀਦਾ, ਦਸਤਾਰ ਸੀਸ ਤੇ ਨਵੀਂ ਝੁਲਾਈ ਹੋਣੀ ਚਾਹੀਦੀ ਹੈ,
ਇਹ ਨਹੀਂ ਵੀ ਜਿਵੇਂ ਉੱਠੇ ਉਸੇ ਤਰ੍ਹਾਂ ਚੱਲ ਪਏ, ਕੰਘਾ ਵੀ ਨਾ ਫੇਰਿਆ ਤੇ ਆਲਸੀ ਜਿਹਾ ਚਿਹਰਾ ਬਣਾ ਕੇ ਜਦੋਂ ਜਾਓਗੇ ਅੱਗੇ ਕੋਈ ਪ੍ਰਭਾਵ ਨਹੀਂ ਹੋਣਾ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਪੰਥ ਨੂੰ ਮਰਜ਼ਾਦਾ ਸਿਖਾਉਂਦੇ ਆ ਨਾਲ ਨਾਲ। ਗੁਰਦੇਵ ਕਹਿੰਦੇ ਭਾਈ ਤੁਹਾਡੇ ਚੋਂ ਕਿਸੇ ਸਿੰਘ ਨੇ ਕੰਘਾ ਨਹੀਂ ਕੀਤਾ, ਇਸੇ ਕਰਕੇ ਅੱਜ ਸਾਰਾ ਦਿਨ ਹੋ ਗਿਆ ਸ਼ਿਕਾਰ ਨਹੀਂ ਮਿਲਿਆ। ਸੁਨਿਓ ਸਭਨ ਇਕ ਨੇ ਕਹਿ ਦੀਨਾ। ਜਦੋਂ ਸਾਰਿਆਂ ਨੇ ਸੁਣਿਆ ਤੇ ਉਹਨਾਂ ਵਿੱਚੋਂ ਇੱਕ ਸਿੰਘ ਬੋਲਿਆ, ਮੈਂ ਕੰਘਾ ਕੇਸਨ ਨੇ ਕੀਨਾ। ਉਹਨੇ ਸੱਚ ਸੱਚ ਦੱਸਿਆ, ਹਾਂ ਮਹਾਰਾਜ ਜੀ ਅੱਜ ਮੈਂ ਕੰਘਾ ਨਹੀਂ ਕੀਤਾ, ਅੱਜ ਮੈਂ ਕੰਘਾ ਕਰਕੇ ਨਹੀਂ ਆਇਆ। ਲੱਕੜੀ ਦਾ ਕੰਘਾ ਜਦੋਂ ਅਸੀਂ ਆਪਣੇ ਕੇਸਾਂ ਵਿੱਚ ਫੇਰਦੇ ਹਾਂ, ਇੱਕ ਤਾਂ ਸਰੀਰ ਦੇ ਵਿੱਚ ਸ਼ਕਤੀ ਊਰਜਾ ਪੈਦਾ ਹੁੰਦੀ ਹੈ, ਸੁਰਤਾ ਬਿਰਤਾ ਕਾਇਮ ਹੋ ਜਾਂਦਾ, ਥਕੇਵਾਂ ਜਾਂ ਲੱਥ ਜਾਂਦਾ। ਕਰ ਲੈ ਤੂਰਨ ਬਨੋ ਸੁਚੇਤ ਮਲੀਜੈ। ਔਰ ਛੇਤੀ ਨਾਲ ਸੁਚੇਤ ਹੋ ਕੇ ਕੰਘਾ ਕਰ, ਇੱਥੇ ਬਹਿ ਕੇ ਦੁਬਾਰਾ। ਜੇ ਸਵੇਰੇ ਨਹੀਂ ਕਰਕੇ ਆਇਆ ਕੰਘਾ ਤੇ ਹੁਣ ਕਰ, ਤੇ ਕੰਘਾ ਕਰਕੇ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਾਡੇ ਨਾਲ ਪਿੱਛੋਂ ਰਲ ਜਾਈ। ਤਤ ਛਿਨ ਤਿੰਨ ਸੁਨ ਕੈ ਕਰ ਲੀਨ। ਤਤ ਛੇ ਨੋਸੇ ਵੇਲੇ ਉਹ ਸਿੰਘ ਨੇ ਤਿਆਰਾ ਕੀਤਾ। ਅੱਜ ਵਾਂਗੂ ਸ਼ੀਸ਼ੇ ਥੋੜੀ ਲੱਭਦੇ ਸੀ ਵੀ ਪਹਿਲਾਂ ਸ਼ੀਸ਼ਾ ਹੋਵੇਗਾ ਤਾਂ ਪੱਗ ਦਮਾਲਾ ਬੰਨਾਂਗੇ, ਸ਼ੀਸ਼ਾ ਨਾ ਹੋਵੇ ਤੇ ਦਸਤਾਰ ਹੀ ਨਾ ਬੰਨੀਏ। ਮੇਰੇ ਸਮੇਤ ਸਾਨੂੰ ਸਾਰਿਆਂ ਨੂੰ ਆਦਤ ਹੀ ਹੈ ਸ਼ੀਸ਼ੇ 'ਚ ਵੇਖ ਕੇ ਦਸਤਾਰ ਬੰਨਦੇ ਹਾਂ। ਜੇ ਮੰਨ ਲਓ ਸ਼ੀਸ਼ਾ ਨਾ ਮਿਲੇ ਤੇ ਫਿਰ ਕੀ ਕਰਾਂਗੇ ਭਾਈ, ਫਿਰ ਦਸਤਾਰ ਹੀ ਨਾ ਬੰਨਾਂਗੇ, ਗੁਲਾਮ ਹੋ ਗਏ ਨਾ ਸ਼ੀਸ਼ੇ ਦੇ। ਇਸ ਕਰਕੇ ਨਿਹੰਗ ਸਿੰਘ ਸ਼ੀਸ਼ੇ ਨੂੰ ਚੁਗਲਖੋਰ ਕਹਿੰਦੇ ਆ। ਸ਼ੀਸ਼ੇ ਨੂੰ ਚੁਗਲ ਕਹਿੰਦੇ ਆ ਵੀ ਇਹ ਚੁਗਲ ਹੈ। ਤੁਸੀਂ ਆਪਣੀ ਮਰਜ਼ੀ ਨਾਲ ਪੱਗ ਦਸਤਾਰ ਬੰਨੀ ਵੀ ਹੋਵੇ, ਵਧੀਆ ਬੰਨੀ ਵੀ ਹੋਵੇ, ਤੇ ਸ਼ੀਸ਼ਾ ਚੁਗਲੀ ਕਰਦੇ ਨਾ ਵੀ ਨਹੀਂ ਠੀਕ ਨਹੀਂ ਆਇਆ ਪੇਚ। ਸ਼ੀਸ਼ਾ ਚੁਗਲੀ ਕਰਦਾ ਨਾ ਵੀ ਆਹ ਸਿੱਧਾ ਜਿਹਾ ਨਹੀਂ ਆਇਆ ਪੇਚ, ਫਿਰ ਦੁਬਾਰਾ ਖੋਲੋ ਦਸਤਾਰ, ਫਿਰ ਬੰਨਣ ਲੱਗ ਪਓ। ਇੱਕ ਵਾਰੀ ਖੋਲ ਕੇ ਜਦੋਂ ਦੁਬਾਰਾ ਬੰਨਣ ਲੱਗੋ ਫਿਰ 5-4 ਵਾਰੀ ਖੋਲਣੀ ਪੈਂਦੀ। ਸ਼ੀਸ਼ਾ ਮੁੜ ਮੁੜ ਚੁਗਲੀ ਕਰੀ ਜਾਂਦਾ। ਤੂੰ ਕਹਿਣ ਤੋਂ ਭਾਵ ਕਿ ਪੁਰਾਤਨ ਸਿੰਘ ਜਿਹੜੇ ਸਨ ਉਹ ਸ਼ੀਸ਼ਿਆਂ ਦੇ ਆਦੀ ਨਹੀਂ ਸਨ, ਦਮਾਲੇ ਚਲਾ ਲੈਂਦੇ ਸਨ। ਪੇਚ ਜਿਵੇਂ ਆਉਣੇ ਸੱਜੇ ਖੱਬਿਓਂ ਸੀਸ ਤੇ ਸਜਾ ਲੈਣੇ, ਤੇ ਦਮਾਲੇ ਵੀ ਬੜੇ ਬੜੇ ਸੋਹਣੇ ਚਲਾਉਂਦੇ, ਸ਼ੀਸ਼ੇ ਤੋਂ ਬਿਨਾਂ ਵੀ ਬੜੇ ਸੋਹਣੇ ਦਮਾਲੇ। ਇਹ ਨਹੀਂ ਕਿ ਸ਼ੀਸ਼ੇ ਵਿੱਚ ਵੇਖ ਕੇ ਸੋਹਣਾ ਪੇਚ ਲਾਉਣਾ, ਸ਼ੀਸ਼ੇ ਤੋਂ ਬਿਨਾਂ ਵੀ ਬੜੇ ਸੋਹਣੇ ਦਮਾਲੇ, ਕਿਉਂਕਿ ਅਭਿਆਸ ਹੋ ਜਾਂਦਾ। ਅਭਿਆਸ ਦੇ ਨਾਲ ਜਿੱਥੇ ਹੱਥ ਬੈਠਾ ਹੁੰਦਾ ਉੱਥੇ ਦਮਾਲਾ ਜਿਹੜਾ ਉਹ ਸੀਸ ਤੇ ਝੁੱਲ ਜਾਂਦਾ। ਉਹ ਸਿੰਘ ਉੱਥੇ ਹੀ ਬਹਿ ਗਿਆ ਜੰਗਲ 'ਚ, ਚੌਂਕੜਾ ਲਾਇਆ ਉਹਨੇ, ਗੋਡਿਆਂ ਤੇ ਕੱਪੜਾ ਵਿਛਾਇਆ, ਗਲ ਵਾਲਾ ਪਾਇਆ ਹਜੂਰੀਆ, ਉਹ ਗੋਡਿਆਂ ਤੇ ਵਿਛਾ ਕੇ ਦਸਤਾਰ ਚੁਣੀ, ਇੱਕ ਇੱਕ ਲੜ ਖੋਲ ਕੇ ਫਿਰ ਕੰਘਾ ਕੀਤਾ। ਕੰਘਾ ਕਰਕੇ ਤੇ ਫਿਰ ਦੁਮਾਲਾ ਉਹਨੇ ਸੀਸ ਤੇ ਝੁਲਾਇਆ। ਸੰਗ ਮਿਲਾਏ ਪਿਆਨੋ ਕੀਨ। ਇਹਨੇ ਨੂੰ ਬਸ ਹੱਲੇ ਨਾਲ ਹੀ ਉਹਨੇ 2-4 ਮਿੰਟਾਂ ਦੇ ਵਿੱਚ ਹੀ ਸਿੰਘ ਨੇ ਦੁਮਾਲਾ ਝੁਲਾਇਆ ਤੇ ਪਿੱਛੇ ਸਤਿਗੁਰਾਂ ਦੇ ਨਾਲ ਆ ਰਲਿਆ ਤੇ ਸਤਿਗੁਰਾਂ ਨੂੰ ਫਤਿਹ ਗਜਾਈ। ਪੁਨ ਉਦਿਆਨ ਵਿਖੇ ਜਬ ਫਿਰੇ। ਉਹ ਜਦੋਂ ਆ ਗਿਆ ਸਿੰਘ ਦੁਮਾਲਾ ਝਲਾ ਕੇ ਕੰਘਾ ਕਰਕੇ ਤਿਆਰ ਬਰ ਤਿਆਰ ਹੋ ਕੇ, ਤੇ ਸਤਿਗੁਰੂ ਜੀ ਫਿਰ ਜਦੋਂ ਜੰਗਲ 'ਚ ਸ਼ਿਕਾਰ ਨੂੰ ਗਏ, ਪਿਖ ਸ਼ਿਕਾਰ ਕੋ ਮਾਰਨ ਕਰੇ। ਇੱਕਦਮ ਅੱਗੇ ਹਿਰਨ ਆਇਆ। ਸ਼ਿਕਾਰ ਜਿਹੜਾ ਸਵੇਰ ਦਾ ਨਹੀਂ ਸੀ ਲੱਭਦਾ, ਇੱਕਦਮ ਝਟ ਲੱਭ ਗਿਆ। ਮਹਾਰਾਜ ਜੀ ਦੱਸਦੇ ਵੀ ਤਿਆਰ ਬਰ ਤਿਆਰ ਹੋ ਕੇ ਜਾਈਏ ਤੇ ਕਾਰਜ ਸਿੱਧ ਹੁੰਦੇ ਆ। ਇੱਥੇ ਖੇਡ ਤਾਂ ਗੁਰੂ ਸਾਹਿਬ ਨੇ ਵਰਤਾਈ ਹੈ। ਜਿਹੜਾ ਹੁਣ ਲੱਭਿਆ ਉਹ ਸਵੇਰੇ ਵੀ ਲਭਾ ਸਕਦੇ ਸੀ ਸਤਿਗੁਰੂ ਜੀ, ਪਰ ਸਿੰਘਾਂ ਨੂੰ ਮਹਾਰਾਜ ਜੀ ਨੇ ਸਾਵਧਾਨ ਕਰਨਾ ਸੀ ਵੀ ਜਦੋਂ ਤਿਆਰ ਬਰ ਤਿਆਰ ਹੋ ਕੇ ਜਾਈਏ ਨਾ, ਕੇਸਾਂ 'ਚ ਕੰਘਾ ਫੇਰ ਕੇ ਅਰਦਾਸ ਬੇਨਤੀ ਕਰਕੇ, ਤੇ ਫਿਰ ਜਿਹੜੇ ਕਾਰਜ ਨੂੰ ਜਾਈਏ ਉਹ ਕਾਰਜ ਸਿੱਧ ਹੁੰਦਾ, ਸਫਲ ਹੁੰਦਾ। ਕਦੇ ਵੀ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਵੀ ਜਿੰਨੀਆਂ ਪੁਰਾਤਨ ਸੰਪਰਦਾਵਾਂ ਵਿੱਚ ਰਹਿਣ ਵਾਲੇ ਸਿੰਘ ਨੇ, ਉਹਨਾਂ ਨੇ ਜਦੋਂ ਵੀ ਕੂਚ ਕਰਨਾ ਪਹਿਲਾਂ ਕੰਘਾ ਕਰਨਾ ਕੇਸਾਂ ਵਿੱਚ। ਜਦੋਂ ਮਹੱਲੇ ਕੱਢਦੇ ਨੇ ਨਿਹੰਗ ਸਿੰਘ, ਮਹੱਲਿਆਂ ਤੇ ਚੜ੍ਹਦੇ ਨੇ, ਤੇ ਮਹੱਲਾ ਚੜ੍ਹਦ ਵੇਲੇ ਵੀ ਉਹਨਾਂ ਨੇ ਪਹਿਲਾਂ ਕੰਘਾ ਕਰਨਾ, ਦੁਮਾਲਾ ਚਲਾਉਣਾ, ਤੇ ਕੰਘਾ ਕਰਕੇ ਫਿਰ ਮਹੱਲੇ ਤੇ ਚੜ੍ਹਨਾ। ਜਾਂ ਇੱਕ ਪੜਾਅ ਤੋਂ ਦੂਜੇ ਪੜਾਅ ਤੇ ਜਾਣਾ ਤਾਂ ਵੀ ਪਹਿਲਾਂ
ਤਿਆਰ ਬਰ ਤਿਆਰ ਹੋ ਕੇ ਕੰਘਾ ਕਰਕੇ। ਹਾਂ, ਜੇ ਕੋਈ ਆਲਸੀ ਦਲਿਦਰੀ ਉਦੋਂ ਵੀ ਸੀ ਗੁਰੂ ਸਾਹਿਬ ਦੇ ਸਮੇਂ, ਹੁਣ ਵੀ ਐਣ, ਬੀਜ ਤਾਂ ਨਾਸਰੀ ਨਾ ਹੁੰਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਨੂੰ ਤਿਆਰ ਬਰ ਤਿਆਰ ਕਰਨ ਦੀ ਜੁਗਤ ਦਿੱਤੀ ਸੀ। ਜਦੋਂ ਸਿੰਘ ਕੇਸਾਂ 'ਚ ਕੰਘਾ ਫੇਰ ਕੇ ਆਇਆ ਦੁਮਾਲਾ ਚਲਾ ਕੇ, ਤੇ ਉਸੇ ਵੇਲੇ ਝੱਟ ਕਹਿੰਦੇ ਅੱਗੇ ਸ਼ਿਕਾਰ ਮਿਲ ਗਿਆ। ਹਟੇ ਪ੍ਰਭੂ ਸਭ ਕੋ ਸਮਝਾਇਓ। ਉਹ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਉੱਥੋਂ ਵਾਪਸ ਪਰਤੇ ਤੇ ਫਿਰ ਸਿੰਘਾਂ ਨੂੰ ਸਮਝਾਇਆ। ਸਿੰਘਨ ਕੋ ਐਸੇ ਬਨ ਆਇਓ। ਮਹਾਰਾਜ ਜੀ ਨੇ ਹੁਕਮ ਕੀਤਾ ਕਿ ਭਾਈ ਸਿੰਘਾਂ ਨੂੰ ਇਹੀ ਮਰਿਆਦਾ ਬਣਾਉਂਦੀ ਜਿਹੜੀ ਅੱਜ ਤੁਹਾਨੂੰ ਦੱਸੀ ਹੈ। ਹੋਏ ਸੁਚੇਤ ਸਕਲ ਪ੍ਰਕਾਰੇ। ਸਕਲ ਪ੍ਰਕਾਰ ਨਾਲ ਸਿੰਘ ਨੇ ਸੁਚੇਤ ਰਹਿਣਾ ਹੈ। ਚੜਨ ਸਮੇਂ ਅਰਦਾਸ ਉਚਾਰੇ। ਜਦੋਂ ਵੀ ਚੜ੍ਹਾਈ ਕਰਨੀ ਆ, ਮੰਨ ਲਓ ਤੁਸੀਂ ਕਿਤੇ ਵੀ ਜਾਣਾ ਹੈ, ਚਾਹੇ ਡਿਊਟੀ ਤੇ ਵੀ ਜਾਂਦੇ ਆ ਘਰੋਂ ਅਸੀਂ, ਜਾਂ ਹੋਰ ਵੀ ਕਿਸੇ ਕੰਮ ਨੂੰ ਜਾਂਦੇ ਆ, ਮਹਾਰਾਜ ਜੀ ਕਹਿੰਦੇ ਪਹਿਲਾਂ ਕੰਘਾ ਕਰੋ, ਦਸਤਾਰ ਝੁਲਾਓ ਤੇ ਫਿਰ ਅਰਦਾਸ ਕਰਕੇ ਫਿਰ ਜਾਓ। ਮਹਾਰਾਜ ਜੀ ਚਾਲੇ ਪਾਉਣ ਲੱਗੇ, ਅੰਗ ਸੰਗ ਸਹਾਈ ਹੋਇਓ, ਰਾਹ ਪੈਂਡੇ ਸਹਾਈ ਹੋਇਓ, ਏਦਾਂ ਅਰਦਾਸ ਕਰਕੇ ਫਿਰ ਜਾਣਾ। ਤੇ ਜਦੋਂ ਆਪਣੇ ਵਾਹਨ ਤੇ ਬਹਿਣਾ, ਉਦੋਂ ਬਹਿ ਕੇ ਜਦੋਂ ਚੜ੍ਹਨਾ ਸੜਕ ਦੇ ਉੱਤੇ, ਤੇ ਉਦੋਂ ਕਹਿਣਾ ਚੜ੍ਹਦਾ ਹੋਇਆ ਬੋਲਿਆ, ਪੈਜ ਰੱਖ ਲਈ ਆਪਣੇ ਨਾਮ ਦੀ, 1,84 ਮੇਦ ਨੀ ਨਾਉ ਤੇਰਾ ਧਿਆਨ ਦੀ। ਤੋ ਇਸ ਤਰ੍ਹਾਂ ਇਹ ਪੁਰਾਣੇ ਸਿੰਘਾਂ ਦੇ ਬੋਲੇ ਨੇ। ਮਹਾਰਾਜ ਜੀ ਕਹਿੰਦੇ ਜਦੋਂ ਵੀ ਕਿਸੇ ਚੜ੍ਹਾਈ ਤੇ ਜਾਣਾ, ਜੰਗ ਤੇ ਜਾਣਾ, ਜਾਂ ਕਿਸੇ ਮੁਹਿੰਮ ਤੇ ਜਾਣਾ, ਪਹਿਲਾਂ ਕੰਘਾ ਕਰਕੇ ਤਿਆਰ ਬਰ ਤਿਆਰ ਹੋ ਕੇ ਅਰਦਾਸ ਕਰਕੇ ਜਾਣਾ। ਕਾਰਜ ਸਰਬ ਸਿੱਧ ਹੋਏ ਜਾਤੇ। ਜਦੋਂ ਇਸ ਤਰ੍ਹਾਂ ਜਾਓਗੇ ਤੇ ਫਿਰ ਜਿਹੜੇ ਵੀ ਕੰਮ ਨੂੰ ਜਾਓਗੇ ਉਹ ਕੰਮ ਫਤਿਹ ਹੋਵੇਗਾ, ਉਸ ਕਾਰਜ ਦੇ ਵਿੱਚ ਤੁਹਾਨੂੰ ਸਿੱਧੀ ਪ੍ਰਾਪਤ ਹੋਵੇਗੀ। ਨੈ ਦੋਨੋਂ ਬਿਨ ਕਹੂੰ ਪ੍ਰਿਆਤੇ। ਪਾਤਸ਼ਾਹ ਕਹਿੰਦੇ ਕੰਘਾ ਕੀਤੇ ਬਿਨਾ ਤੇ ਅਰਦਾਸ ਕੀਤੇ ਬਿਨਾ ਕਦੇ ਨਹੀਂ ਕਿਤੇ ਜਾਣਾ। ਜਦੋਂ ਘਰੋਂ ਜਾਣਾ, ਕਿਸੇ ਵੀ ਕੰਮ ਨੂੰ ਜਾਣਾ, ਅਰਦਾਸ ਕਰਕੇ ਤੇ ਕੰਘਾ ਕਰਕੇ ਜਾਣਾ। ਕਲਗੀਧਰ ਮਰਿਆਦਾ ਦੱਸ ਰਹੇ ਨੇ ਪੰਥ ਨੂੰ ਕਿ ਜਦੋਂ ਵੀ ਤੁਸੀਂ ਆਪਣੇ ਘਰੋਂ ਜਾਣਾ, ਡਿਊਟੀ ਜਾਣਾ, ਕਿਸੇ ਕੰਮ ਜਾਣਾ, ਕਿਸੇ ਦਫ਼ਤਰ 'ਚ ਜਾਣਾ, ਕਿਸੇ ਸਰਕਾਰੀ ਦਰਬਾਰੇ ਕੰਮ ਜਾਣਾ, ਕਿਤੇ ਵੀ ਜਾਣਾ, ਕੋਰਟ ਕਚਹਿਰੀ ਜਾਣਾ, ਕਿਤੇ ਵੀ ਜਾਣਾ, ਘਰੋਂ ਕੰਘਾ ਕੀਤੇ ਬਿਨਾ ਤੇ ਅਰਦਾਸ ਕੀਤੇ ਬਿਨਾ ਨਹੀਂ ਜਾਣਾ। ਇਹ ਮਰਿਆਦਾ ਮਹਾਰਾਜ ਗੁਰੂ ਕਲਗੀਧਰ ਜੀ ਸਿਖਾਉਂਦੇ ਆ। ਕਹਿੰਦੇ ਜਦੋਂ ਅਰਦਾਸ ਕਰਕੇ ਜਾਓਗੇ, ਕੰਘਾ ਕਰਕੇ ਜਾਓਗੇ, ਤਾਂ ਜਿਸ ਵੀ ਕਾਰਜ ਨੂੰ ਜਾਓਗੇ ਉਸ ਕਾਰਜ ਵਿੱਚ ਗੁਰੂ ਸਾਹਿਬ ਵਰਤਣਗੇ ਤੇ ਉਹ ਕਾਰਜ ਸਫਲ ਹੋਵੇਗਾ। ਉਸ ਕਾਰਜ ਦੇ ਵਿੱਚ ਗੁਰੂ ਸਾਹਿਬ ਵਰਤਣਗੇ, ਕਾਰਜ ਸਫਲ ਹੋਵੇਗਾ, ਕਿਉਂਕਿ ਗੁਰੂ ਤੇ ਫਿਰ ਉਹੀ ਹੋਵੇਗਾ ਜੋ ਜਿਹਦੇ ਵਿੱਚ ਸਾਡਾ ਭਲਾ ਹੋਣਾ। ਮਹਾਰਾਜ ਜੀ ਕਹਿੰਦੇ ਨਾ ਦੋਹਾਂ ਬਿਨਾ ਕਦੇ ਘਰੋਂ ਨਹੀਂ ਨਿਕਲਣਾ, ਯਾਨੀ ਕਿ ਅਰਦਾਸ ਕੀਤੇ ਬਿਨਾ ਤੇ ਕੰਘਾ ਕੀਤੇ ਬਿਨਾ। ਸੁਨ ਕੈ ਸੀਖ ਸਬਨ ਹੋ ਮਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਸਿੱਖਿਆ ਸਾਰੇ ਸਿੰਘਾਂ ਨੇ ਸੱਤ ਕਰਕੇ ਮੰਨੀ। ਮਹਾਰਾਜ ਯਥਾਵਤ ਆਪ ਜੀ ਨੇ ਜੋ ਕਿਹਾ ਬਿਲਕੁਲ ਸੱਤ ਹੈ, ਇਸੇ ਤਰ੍ਹਾਂ ਹੀ ਕਰਾਂਗੇ ਮਹਾਰਾਜ, ਇਸੇ ਤਰ੍ਹਾਂ ਹੀ ਹੋਵੇਗਾ। ਜਥਾ ਆਪ ਸ਼੍ਰੀ ਬਦਨ ਬਖਾਨੀ। हे ਸਾਹਿਬ, ਜਥਾ ਆਪ ਜੀ ਨੇ ਆਪਣੇ ਮੁਖੋਂ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ। ਵੇਖੋ ਸਿੰਘਾਂ ਨੇ ਕਿਸੇ ਨੇ ਅੱਗੇ ਕਿਸੇ ਪ੍ਰਕਾਰ ਦਾ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਵੀ ਜੀ ਕੰਘਾ ਫੇਰਿਆ ਕੀ ਹੋ ਜਾਣਾ, ਕੇਸਾਂ ਦੇ ਵਿੱਚ ਕੰਘਾ ਫੇਰ ਕੇ ਕੀ ਹੋ ਜਾਣਾ। ਕੋਈ ਹੀਲ ਹੁਜਤ ਨਹੀਂ, ਤਰਕ ਵਾਲੇ ਸਿੱਖ ਨਹੀਂ, ਸ਼ਰਧਾ ਵਾਲੇ ਸਿੱਖ। ਮਹਾਰਾਜ ਜਿਵੇਂ ਕਿਹਾ ਇਸੇ ਤਰ੍ਹਾਂ। ਉਹਨਾਂ ਨੇ ਇਹ ਨਹੀਂ ਸੋਚਿਆ ਵੀ ਕੰਘਾ ਫੇਰਨ ਦੇ ਨਾਲ ਕੋਈ ਆਲਸ ਦੂਰ ਹੋਣਾ ਜਾਂ ਕੰਘਾ ਫੇਰਨ ਨਾਲ ਕਰੰਟ ਆ ਜਾਂਦਾ ਹੈ ਸਰੀਰ ਵਿੱਚ। ਉਹਨਾਂ ਨੂੰ ਇਹ ਸੀ ਵੀ ਗੁਰੂ ਸਾਹਿਬ ਨੇ ਕਿਹਾ ਤੇ ਅਸੀਂ ਕਰਨਾ। ਆਹ ਹੁੰਦੀ ਆ ਸ਼ਰਧਾ। ਗੁਰਦੇਵ ਨੇ ਕਿਹਾ ਅਸੀਂ ਕਰਨਾ, ਸਾਨੂੰ ਨਹੀਂ ਪਤਾ ਉਹਦੇ 'ਚ ਲਾਭ ਹੈ ਕਿ ਨੁਕਸਾਨ ਹੈ, ਇਹ ਸਾਡਾ ਗੁਰੂ ਜਾਣੇ। ਸਾਨੂੰ ਸਾਡੇ ਗੁਰੂ ਨੇ ਕਿਹਾ ਵੀ ਆਹ ਕਰਨਾ, ਤੇ ਸਿੰਘਾਂ ਨੇ ਸਤ ਬਚਨ ਕਿਹਾ ਮਹਾਰਾਜ ਅਗਾਂਹ ਤੋਂ ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਆਪ ਜੀ ਨੇ ਕਿਹਾ। ਆਏ ਬਿਰਾਜੇ ਸਤਿਗੁਰ ਡੇਰੇ। ਇਸ ਤਰ੍ਹਾਂ ਸਤਿਗੁਰੂ ਜੀ ਇਹ ਚੋਜ ਕਰਕੇ
ਵਾਪਸ ਆਪਣੇ ਆਸਣ ਦੇ ਉੱਤੇ ਦਮਦਮਾ ਸਾਹਿਬ ਜਿੱਥੇ ਸਤਿਗੁਰਾਂ ਦਾ ਟਿਕਾਣਾ ਹੈ ਉੱਥੇ ਵਾਪਸ ਆਣ ਬਿਰਾਜੇ। ਨਿਸਾ ਬਿਤਾਏ ਸਥਿਰੇ ਸਵੇਰੇ। ਰਾਤ ਪੈ ਗਈ ਸੀ, ਲੰਗਰ ਪ੍ਰਸ਼ਾਦਾ ਛਕਿਆ, ਰਾਤ ਬਤੀਤ ਹੋਈ। ਅਗਲੇ ਦਿਨ ਸਵੇਰੇ ਮਹਾਰਾਜ ਜੀ ਆਸਣ ਤੇ ਬਿਰਾਜੇ। ਬੈਠਿਓ ਨਿਕਟ ਖਾਲਸਾ ਆਏ। ਸਤਿਗੁਰੂ ਜੀ ਬੈਠੇ ਨੇ, ਮਹਾਰਾਜ ਜੀ ਦਾ ਖਾਲਸਾ ਸਤਿਗੁਰਾਂ ਦੇ ਤਿਆਰ ਬਰ ਤਿਆਰ ਸਿੰਘ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਗੁਰੂ ਦਰਬਾਰ ਵਿੱਚ ਆਏ। ਦਰਸੇ ਸੰਗਤ ਫਲ ਕੋ ਪਾਏ। ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ, ਦਰਸ਼ਨ ਕਰਕੇ ਸਤਿਗੁਰੂ ਜੀ ਦੇ ਵੱਡਾ ਭਾਰੀ ਫਲ ਪ੍ਰਾਪਤ ਕਰਦੇ ਹਨ। ਦਦ ਸੋਂ ਦੀਰਘ ਘਟ ਕੋ ਭਰਿਓ। ਔਰ ਦਹੀਂ ਦੇ ਨਾਲ ਵੱਡੇ ਵੱਡੇ ਘੜੇ ਜਿਹੜੇ ਨੇ ਉਹ ਭਰ ਕੇ ਸਿੱਖ ਲੈ ਕੇ ਆਏ। ਲੈ ਇੱਕ ਆਨ ਦਰਸ ਕੋ ਕਰਿਓ। ਉਹਨਾਂ ਵਿੱਚੋਂ ਇੱਕ ਸਿੱਖ ਆਇਆ, ਉਹਨੇ ਦਹੀਂ ਦਾ ਘੜਾ ਭਰਿਆ ਹੋਇਆ, ਉਹ ਲਿਆ ਕੇ ਸਤਿਗੁਰਾਂ ਦੇ ਕੋਲ ਹਾਜ਼ਰ ਹੋਇਆ। ਪੂਜਨ ਕੀਨ ਬਸੇ ਕਿਸ ਗ੍ਰਾਮੋ। ਮਹਾਰਾਜ ਜੀ ਨੇ ਉਹਨੂੰ ਪੁੱਛਿਆ, ਕਹਿੰਦੇ ਹਾਂ ਬਈ ਕਿਹੜੇ ਪਿੰਡ ਵਸਦਾ ਹੁੰਨਾ? ਜਿਹੜਾ ਉਹ ਸਿੱਖ ਆਇਆ ਨਾ, ਦਹੀਂ ਦਾ ਘੜਾ ਭਰਿਆ, ਸਤਿਗੁਰਾਂ ਨੂੰ ਭੇਟ ਕੀਤਾ ਤੇ ਸਤਿਗੁਰਾਂ ਨੇ ਪੁੱਛਿਆ, ਭਾਈ ਕਿਹੜੇ ਪਿੰਡ ਵਸਦਾ, ਕਿਹੜੇ ਪਿੰਡੋਂ ਆਇਆ? ਤੋਹੇ ਪਿਤਾ ਅਰ ਤੋ ਕਿਆ ਨਾਮੋ। ਤੇਰਾ ਕੀ ਨਾਂ ਹੈ ਤੇ ਤੇਰੇ ਪਿਤਾ ਦਾ ਕੀ ਨਾਂ ਹੈ? ਸ਼੍ਰੀ ਗੁਰ ਤੇ ਸੁਨ ਸਕਲ ਬਤਾਈ। ਸਤਿਗੁਰੂ ਜੀ ਕੋਲੋਂ ਸੁਣ ਕੇ ਉਹਨੇ ਅੱਗੋਂ ਆਪਣੇ ਬਾਰੇ ਜਾਣਕਾਰੀ ਦਿੱਤੀ। ਮੋੜ ਗ੍ਰਾਮ ਮੈਂ ਬਸੋਂ ਗੁਸਾਈ। ਮਹਾਰਾਜ ਜੀ ਮੌੜ ਪਿੰਡ ਹੈ ਮੇਰਾ, ਮੌੜਾ ਮਾਲਵੇ ਦੇ ਵਿੱਚ, ਆ ਮੂਣਕ ਦੇ ਪਾਸੇ ਇੱਧਰ ਮੌੜ ਪਿੰਡ ਹੈ, ਬਠਿੰਡੇ ਦੇ ਨੇੜੇ ਹੀ ਪੈ ਜਾਂਦਾ ਹੈ। ਕਹਿਣ ਲੱਗਾ ਮਹਾਰਾਜ ਮੇਰਾ ਮੌੜ ਪਿੰਡ ਹੈ, ਮੈਂ ਉੱਥੋਂ ਦਾ ਰਹਿਣ ਵਾਲਾ ਹਾਂ। ਪਿਤਾ ਭੀਮ ਤੇ ਮੈਂ ਸੁਤ ਭਇਓ। ਮੇਰੇ ਬਾਪ ਦਾ ਨਾਮ ਸੀ ਭੀਮ ਤੇ ਮੈਂ ਉਹਦਾ ਪੁੱਤਰ ਹਾਂ। ਦਲਪਤ ਮੋਏ ਨਾਮ ਧਰ ਦਿਓ। ਮੇਰੇ ਪਿਓ ਦਾ ਨਾਮ ਭੀਮ ਸੀ ਤੇ ਉਹਨੇ ਮੇਰਾ ਨਾਮ ਦਲਪਤ ਰੱਖਿਆ। ਦਲਪਤ, ਪਿਓ ਮੇਰੇ ਨੂੰ ਭੀਮ ਕਹਿੰਦੇ ਸਨ, ਉਹਦਾ ਨਾਮ ਭੀਮ ਸੀ ਤੇ ਮੈਨੂੰ ਉਹਦਾ ਪੁੱਤ ਦਲਪਤ ਕਿਹਾ ਜਾਂਦਾ ਹੈ। ਭੇ ਪਰ ਸਨ ਕਦ ਹੀਰ ਵਿਸਾਲਾ। ਇਹਦੀ ਕੱਦ ਕਾਠ ਹੀ ਬੜੀ ਉੱਚੀ ਸੀ, 6.5 ਫੁੱਟ ਉੱਚਾ, ਲੰਮਾ ਕੱਦ, 7 ਫੁੱਟ ਦੇ ਨੇੜੇ। ਇਹਦਾ ਸਰੀਰ ਬੜਾ ਬਲੀ ਸੀ ਤੇ ਸਤਿਗੁਰੂ ਜੀ ਵੇਖ ਕੇ ਬੜੇ ਖੁਸ਼ ਹੋਏ ਸਨ ਤੇ ਵੇਖ ਕੇ ਪ੍ਰਸੰਨ ਹੋਏ। ਕਹਿਣ ਲੱਗੇ ਕਿਰਪਾ ਕਰਤ ਬੋਲੇ ਤਿਸ ਕਾਲਾ। ਇਹਦੇ ਤੇ ਕਿਰਪਾ ਕਰਦਿਆਂ ਸਤਿਗੁਰੂ ਜੀ ਬੋਲੇ, ਜੇ ਕਰ ਭੀਮ ਆਤਮਜ ਭਇਓ। ਮਹਾਰਾਜ ਜੀ ਕਹਿੰਦੇ ਜੇ ਤੂੰ ਭੀਮ ਦਾ ਪੁੱਤਰ ਹੈ, ਜੇ ਤੇਰਾ ਪਿਓ ਭੀਮ ਹੈ, ਤਬੇ ਦਲਨ ਕੀ ਪਤ ਪਦ ਲਿਓ। ਤਾਂ ਹੀ ਤੈਨੂੰ ਦਲਾਂ ਦਾ ਪਤੀ ਬਣਨ ਦਾ ਮਾਣ ਮਿਲਿਆ, ਯਾਨੀ ਕਿ ਏਡਾ ਜੁੱਸਾ ਭਰਿਆ ਸਰੀਰ, ਬਲਵਾਨ ਹੈ ਤੇਰਾ। ਮਹਾਰਾਜ ਜੀ ਕਹਿੰਦੇ ਜੇ ਤੇਰਾ ਪਿਓ ਭੀਮ ਹੈ ਤਦੇ ਤੈਨੂੰ ਦਲਾਂ ਦਾ ਪਤੀ ਹੋਣ ਦਾ ਮਾਣ ਮਿਲਿਆ। ਖੁਸ਼ੀ ਹੋਏ ਗੁਰ ਪਾਗ ਬੰਦਾਈ। ਸਤਿਗੁਰੂ ਜੀ ਨੇ ਖੁਸ਼ੀ ਹੋ ਕੇ ਨਾ ਇੱਕ ਦਸਤਾਰ ਮਹਾਰਾਜ ਜੀ ਦੇ ਚਰਨਾਂ 'ਚ ਪਈ ਸੀ। ਮਹਾਰਾਜ ਜੀ ਨੂੰ ਦਸਤਾਰ ਇਹਦੇ ਸਿਰ ਤੇ ਬਣਾਈ, ਕਹਿੰਦੇ ਆ ਲੈ ਆ ਦਸਤਾਰ ਆਪਣੇ ਸਿਰ ਤੇ ਬੰਨ ਲੈ। ਜੇ ਸਿੱਖੀ ਕੋ ਰੱਖੇ ਜਿਠਾਈ। ਜੇ ਸਿੱਖੀ ਨੂੰ ਵੱਡਿਆਂ ਕਰਕੇ ਰੱਖੇਗਾ, ਜੇ ਸਿੱਖੀ ਦੀ ਵਡਿਆਈ ਰੱਖੇਗਾ ਤੋ ਐਸ਼ਵਰਜ ਭੀ ਵਦੇ ਮਹਾਨਾ। ਤਾਂ ਜਿਵੇਂ ਤੇਰਾ ਸਰੀਰ ਵਧਿਆ ਨਾ, ਇਦਾਂ ਤੇਰੇ ਘਰ 'ਚ ਐਸ਼ਵਰਜ ਵੀ ਵਧੇਗਾ। ਜੇ ਸਿੱਖੀ ਦੀ ਵਡਿਆਈ ਰੱਖੇਗਾ ਨਾ, ਆ ਦਸਤਾਰ ਤੈਨੂੰ ਸਿੱਖੀ ਵਜੋਂ ਦੇਣ ਲੱਗੇ ਆ, ਤੇ ਜੇ ਇਹਦੀ ਵਡਿਆਈ ਰੱਖੇਗਾ ਸਿੱਖੀ ਦੀ ਤਾਂ ਤੇਰੇ ਘਰ ਵਿੱਚ ਐਸ਼ਵਰਜ ਵੀ ਵਧਣਗੇ। ਮਾਨਤ ਰਹੋ ਗੁਰੂ ਕੀ ਆਨਾ। ਗੁਰੂ ਦੀ ਆਨ ਮੰਨਦਾ ਰਹੀਂ, ਗੁਰੂ ਘਰ ਦੀ ਆਨ ਨੂੰ ਮੰਨਦਾ ਰਹੀਂ। ਕਿਤਕ ਸਮੇਂ ਬੈਠਨ ਤਬ ਕਰਿਓ। ਇਹ ਜਿਹੜਾ ਦਲਪਤ ਸੀ ਮੌੜ ਪਿੰਡ ਤੋਂ ਗਿਆ ਤੇ ਕੁਝ ਸਮਾਂ ਸਤਿਗੁਰੂ ਜੀ ਕੋਲ ਬੈਠਾ ਰਿਹਾ। ਬੰਧਨ ਠਾਨ ਸਦਨ ਚੱਲ ਪਰਿਓ। ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਵਾਪਸ ਆਪਣੇ ਨਗਰ ਮੌੜ ਨੂੰ ਚੱਲ ਪਿਆ। ਦਿਨ ਦੁਇ ਚਾਰਿਕ ਬੰਦੀ ਸਿਰ ਪਰ। ਇਹਨੇ 5-4 ਦਿਨ ਉਹ ਦਸਤਾਰ ਜਿਹੜੀ ਗੁਰੂ ਸਾਹਿਬ ਨੇ ਦਿੱਤੀ ਸੀ ਸਿਰ ਤੇ ਬੰਨਦਾ ਰਿਹਾ ਪਿੰਡ ਆ ਕੇ। ਦੋ ਮਨ ਕੇ ਗਾਵਨ ਕੋ ਸੁਨ ਕਰ।
ਇੱਕ ਦਿਨ ਇਹਦੇ ਪਿੰਡ ਮਰਾਸ਼ੀ ਆਏ ਹੋਏ ਗਾ ਰਹੇ ਸੀ। ਮਰਾਸ਼ੀ ਗਾਉਂਦੇ ਸੋਹਣਾ ਨੇ ਤੇ ਉਹ ਬੜਾ ਸੋਹਣਾ ਗਾ ਰਹੇ ਸਨ। ਇਹਦੇ ਪਿੰਡ ਚ ਆ ਕੇ ਇਹਦੇ ਸਾਹਮਣੇ ਸੋ ਦਸਤਾਰ ਤਿਨੋ ਕੋ ਦੀਨ। ਇਹਨੇ ਕੀ ਕੀਤਾ, ਉਹਨਾਂ ਦਾ ਗਾਉਣਾ ਵਜਾਣਾ ਜਾਂ ਸੁਣ ਕੇ ਬੜਾ ਖੁਸ਼ ਜਿਹਾ ਹੋਇਆ ਤੇ ਜਿਹੜੀ ਦਸਤਾਰ ਗੁਰੂ ਸਾਹਿਬ ਨੇ ਇਹਨੂੰ ਦਿੱਤੀ, ਇਹਨੇ ਸਿਰ ਤੇ ਬੱਧੀ ਹੋਈ ਸੀ, ਉਹ ਲਾ ਕੇ ਉਹਨਾਂ ਮਰਾਸ਼ੀਆਂ ਨੂੰ ਦੇ ਦਿੱਤੀ, ਖੁਸ਼ ਹੋ ਕੇ ਵੀ ਤੁਸੀਂ ਬੜਾ ਸੋਹਣਾ ਗਾਇਆ। ਉਹ ਦਸਤਾਰ ਲਾ ਕੇ ਮਰਾਸ਼ੀਆਂ ਨੂੰ ਦੇ ਦਿੱਤੀ। ਮੂਰਖ ਕਛੂ ਵਿਚਾਰ ਨ ਕੀਨ। ਮੂਰਖ ਨੇ ਮਾੜੀ ਮੋਟੀ ਵੀ ਵਿਚਾਰ ਨਹੀਂ ਕੀਤੀ ਵੀ ਇਹ ਗੁਰੂ ਸਾਹਿਬ ਦੀ ਬਖਸ਼ਿਸ਼, ਇਹ ਸਤਿਗੁਰਾਂ ਨੇ ਮੈਨੂੰ ਦਾਤ ਦਿੱਤੀ, ਮੈਂ ਇਹਨੂੰ ਸਾਂਭ ਕੇ ਰੱਖਾਂ। ਨੈ ਗੁਰ ਮਹਿਮਾ ਮਨ ਮੈਂ ਆਏ। ਗੁਰੂ ਸਾਹਿਬ ਦੀ ਨਾਮ ਮਹਿਮਾ ਨੂੰ ਇਹਨੇ ਆਪਣੇ ਮਨ ਚ ਲਿਆਂਦਾ ਵੀ ਗੁਰੂ ਸਾਹਿਬ ਨੇ ਦਸਤਾਰ ਦਿੱਤੀ ਹੈ। ਖਾਲੀ ਰਿਓ ਖੁਸ਼ੀ ਕੋ ਪਾਏ। ਕਹਿੰਦੇ ਸਤਿਗੁਰਾਂ ਦੀ ਖੁਸ਼ੀ ਪਾ ਕੇ ਵੀ ਖਾਲੀ ਰਹਿ ਗਿਆ, ਕਿਉਂਕਿ ਭਾਗਾਂ ਬਿਨਾਂ ਨਹੀਂ ਕੁਝ ਲੱਭਦਾ। ਗੱਲ ਤਾਂ ਕਰਮਾਂ ਦੀ ਹੈ ਨਾ। ਗੁਰੂ ਸਾਹਿਬ ਨੂੰ ਜਿਵੇਂ ਕਹਿੰਦੇ ਨੇ ਸਿਕੰਦਰ ਦੇ ਹੱਥ ਅੰਮ੍ਰਿਤ ਲੱਗ ਗਿਆ, ਉਹ ਹੱਥ 'ਚ ਚੁਲੀ ਭਰ ਕੇ ਵੀ ਨਹੀਂ ਪੀ ਸਕਿਆ। ਚੁਲੀ ਭਰਨ ਲੱਗਾ ਤੇ ਲਾਗੇ ਇੱਕ ਕਾਂ ਬੈਠਾ ਬੁੱਢਾ ਜਿਹਾ, ਕਹਿੰਦਾ ਸਿਕੰਦਰ ਇਹ ਅੰਮ੍ਰਿਤ ਛਕਣ ਲੱਗਾ, ਇਹ ਆਬੇ ਹਯਾਤ ਹੈ? ਕਹਿੰਦਾ ਵੇਖ ਲੈ, ਜੋ ਮੈਂ ਵੀ ਇਹ ਛਕਿਆ ਸੀ, ਇੱਥੇ ਮਰਿਆ ਨਹੀਂ, ਤੜਫ ਰਿਹਾ ਉਦੋਂ ਦਾ, ਮੇਰੇ ਵਾਂਗੂ ਹੋ ਜਾਏਗਾ। ਉਹ ਚੂਲਾ ਭਰਿਆ ਉੱਥੇ ਸੁੱਟ ਦਿੱਤਾ। ਇਹ ਕਹਾਵਤ ਬਣੀ ਹੋਈ। ਉਹ ਹਾਲ ਇਹਦੇ ਨਾਲ ਹੋਇਆ ਦਲਪਤ ਦਾ। ਗੁਰੂ ਸਾਹਿਬ ਦੀ ਖੁਸ਼ੀ ਲੈ ਕੇ ਵੀ ਖਾਲੀ ਰਹਿ ਗਿਆ। ਦਸਤਾਰ ਮਹਾਰਾਜ ਜੀ ਜਿਹਨੂੰ ਦਿੱਤੀ ਹੋਵੇ ਕਿੱਡੀ ਖੁਸ਼ੀ ਕੀਤੀ ਹੋਣੀ ਹੈ, ਤੇ ਉਹ ਦਸਤਾਰ ਦੀ ਖੁਸ਼ੀ ਲੈ ਕੇ ਵੀ ਖਾਲੀ ਰਹਿ ਗਿਆ ਤੇ ਉਹਨਾਂ ਮਰਾਸ਼ੀਆਂ ਨੂੰ ਦਸਤਾਰ ਦੇ ਦਿੱਤੀ। ਭਾਈ ਭਗਤੂ ਕਾ ਇੱਕ ਪੋਤਾ। ਇਸ ਤਰ੍ਹਾਂ ਇਹ ਖਾਲੀ ਰਹਿ ਗਿਆ। ਇਹ ਮੌੜ ਪਿੰਡ ਦੀ ਘਟਨਾ ਹੈ। ਮੌੜ ਪਿੰਡ ਬੜਾ ਪ੍ਰਸਿੱਧ ਪਿੰਡ, ਜਿਉਣਾ ਮੋੜ ਇੱਥੋਂ ਦਾ ਡਾਕੂ ਮੰਨਿਆ ਗਿਆ ਹੈ। ਉਸੇ ਮੌੜ ਪਿੰਡ ਦਾ ਇਹ ਰਹਿਣ ਵਾਲਾ ਸੀ ਦਲਪਤ। ਤੋ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਕੇ ਵੀ ਖਾਲੀ ਰਹਿ ਗਿਆ। ਇਧਰ ਹੁਣ ਭਾਈ ਭਗਤੂ ਦਾ ਇੱਕ ਪੋਤਰਾ ਸੀ, ਦਿਆਲ ਦਾਸ ਜਿਸ ਨਾਮੇ ਉਦੋਤਾ। ਇਹਦਾ ਨਾਂ ਸੀ ਦਿਆਲ ਦਾਸ। ਦਿਆਲ ਦਾਸ ਕਰਕੇ ਇਹਦਾ ਨਾਂ ਪ੍ਰਗਟ ਸੀ। ਪੁੱਚੋ ਗ੍ਰਾਮ ਵਿਖੇ ਤੇ ਗਇਓ। ਇਹ ਪੁੱਚੋ ਪਿੰਡ ਦਾ ਰਹਿਣ ਵਾਲਾ ਸੀ। ਪੁੱਚੋ ਪਿੰਡ ਵੀ ਬਠਿੰਡੇ ਦੇ ਲਾਗੇ। ਇਹ ਉੱਥੋਂ ਦਾ ਰਹਿਣ ਵਾਲੇ ਸਨ ਭਾਈ ਦਿਆਲ ਦਾਸ ਜੀ। ਗੁਰ ਦਰਸ਼ਨ ਕਰ ਨਮਰੀ ਭਇਓ। ਇਹ ਦਮਦਮਾ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਗਏ ਤੇ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਕੁਝ ਰਜਤ ਪਣ ਭੇਟ ਚੜਾਈ। ਕੁਝ ਕੁ ਭੇਟਾ ਲੈ ਕੇ ਗਏ ਭਾਈ ਦਿਆਲ ਦਾਸ ਜੀ, ਗੁਰੂ ਚਰਨਾਂ ਵਿੱਚ ਭੇਟਾ ਚੜਾਈ। ਬੈਠਿਓ ਸ਼੍ਰੀ ਪ੍ਰਭ ਦ੍ਰਿਸ਼ਟ ਚਲਾਈ। ਬਹਿ ਗਏ ਸਤਿਗੁਰਾਂ ਦੇ ਚਰਨਾਂ ਵਿੱਚ ਤੇ ਕਲਗੀਧਰ ਜੀ ਨੇ ਦਿਆਲ ਦਾਸ ਜੀ ਵੱਲ ਵੇਖਿਆ। ਸ਼੍ਰੀ ਮੁਖ ਤੇ ਫੁਰਮਾਨ ਬਖਾਨਾ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਏ ਦਿਆਲ ਦਾਸ ਨੂੰ, ਕਹਿਣ ਲੱਗੇ ਦਿਆਲ ਸਿੰਘ ਅਬ ਕਰੋ ਪ੍ਰਮਾਨਾ। ਮਹਾਰਾਜ ਜੀ ਕਹਿੰਦੇ ਦਿਆਲ ਦਾਸ ਹੁਣ ਦਿਆਲ ਸਿੰਘ ਹੋ ਜਾ। ਕਲਗੀਧਰ ਜੀ ਕਹਿੰਦੇ ਇਹ ਦਿਆਲ ਦਾਸ ਸੀ। ਮਹਾਰਾਜ ਕਹਿੰਦੇ ਦਿਆਲ ਸਿੰਘ ਹੁਣ ਹੋ ਜਾ। ਦਿਆਲ ਸਿੰਘ ਯਾਨੀ ਕਿ ਖੰਡੇ ਦੀ ਪੌਲ ਛਕ ਲੈ। ਖੰਡੇ ਕੀ ਪੌਲ ਸ਼ੁਭ ਤਾਰੋ। ਖੰਡੇ ਦੀ ਪੌਲ ਛਕ ਕੇ ਤਿਆਰ ਬਰ ਤਿਆਰ ਹੋ ਜਾ। ਬਨੋ ਖਾਲਸਾ ਭਰਮ ਨਿਵਾਰੋ। ਔਰ ਖਾਲਸਾ ਬਣ ਕੇ ਆਪਣਾ ਭਰਮ ਨਿਵਾਰੋ, ਭਰਮ ਤਿਆਗੋ। ਕੇਸ ਕਾਚ ਕੀ ਰਹਿਤ ਰਖੀ ਜੈ। ਕੇਸ ਰੱਖੋ, ਤੇੜ ਕਛਹਿਰੇ ਧਾਰਨ ਕਰੋ ਔਰ ਪੰਜਾਂ ਕੱਕਿਆਂ ਦੀ ਮਰਿਆਦਾ ਵਿੱਚ ਰਹੋ। ਮੀਣ ਮਸੰਦ ਮੇਲ ਨਹਿ ਕੀਜੈ। ਮੀਣੇ ਤੇ ਮਸੰਦਾਂ ਜਿਹੜੇ ਮਸੰਦ ਨੇ ਉਹਨਾਂ ਦਾ ਮੇਲ ਨਹੀਂ ਕਰਨਾ, ਉਹਨਾਂ ਦੀ ਸੰਗਤ ਨਹੀਂ ਕਰਨੀ। ਨੜੀ ਮਾਰ ਕੁੜੀ ਮਾਰ ਦੀ। ਸ਼ਸਤਰਨ ਕੋ ਨਿਸ ਦਿਨ ਤਨ ਤਰੀਏ। ਔਰ ਰਾਤ ਦਿਨ ਗਾਤਰੇ ਸ਼ਸਤਰ ਧਾਰਨ ਕਰਕੇ ਰੱਖਣੇ ਨੇ, ਤਿਆਰ ਬਰ ਤਿਆਰ ਰਹਿਣਾ ਹੈ। ਫਤਿਹ ਗੁਰੂ ਜੀ ਕੀ ਸੋ ਚਰੀਏ। ਔਰ ਜਦੋਂ ਆਪੋ ਵਿੱਚ ਮਿਲਣਾ ਫਤਿਹ ਗਜਾਉਣੀ ਆ ਆਪਸ ਵਿੱਚ ਮਿਲ ਕੇ। ਸੁਨ ਕੈ ਕਮ ਦਿਲ ਹੋਏ ਉਚਾਰੀ। ਭਾਈ ਦਿਆਲ ਦਾਸ ਨੇ ਜਦੋਂ ਸਤਿਗੁਰੂ ਜੀ ਦਾ ਬਚਨ ਸੁਣਿਆ, ਸੁਣ ਕੇ ਕਮਦਿਲੀ ਜੀ ਵਿਖਾਈ ਇਹਨੇ ਆਪਣੀ। ਉਹ ਕਮਦਿਲੀ ਦਾ ਮਤਲਬ ਬੁਝਦਿਲੀ ਜੀ ਵਿਖਾਈ। ਸਿੱਖੀ ਹਮੋ ਕਦੀਮੀ ਤਾਰੀ। ਕਹਿਣ ਲੱਗਾ ਮਹਾਰਾਜ ਮੈਂ ਕਿਹੜਾ ਨਵਾਂ ਸਿੱਖ ਹਾਂ, ਮੇਰਾ ਦਾਦਾ ਵੀ ਸਿੱਖ ਸੀ ਭਗਤੂ।
ਉਹਦਾ ਮੈਂ ਪੋਤਰਾ। ਮਹਾਰਾਜ ਅਸੀਂ ਤਾਂ ਮੁੱਢ ਕਦੀਮੀ ਸਿੱਖ ਹਾਂ। ਪਿਤਾ ਪਿਤਾਮਾ ਗੁਰ ਘਰ ਕੇਰੇ। ਮੇਰੇ ਪਿਤਾ ਤੇ ਮੇਰੇ ਦਾਦਾ ਜੀ ਵੀ ਗੁਰੂ ਘਰ ਦੇ ਸਿੱਖ ਸਨ। ਜੈ ਕੈ ਬਿਦ ਤੇ ਜਗਤ ਬਡੇਰੇ। ਜਿੱਥੇ ਕਿੱਥੇ ਸਾਰੇ ਜਗਤ ਵਿੱਚ ਉਹ ਪ੍ਰਗਟ ਹੋਏ ਨੇ। ਅਬ ਮੈਂ ਨਈ ਰੀਤ ਕਿਆ ਧਾਰੋ। ਮਹਾਰਾਜ ਹੁਣ ਮੈਨੂੰ ਨਵੀਂ ਮਰਿਆਦਾ ਦੀ ਕੀ ਲੋੜ ਹੈ ਵੀ ਮੈਂ ਖੰਡੇ ਦੀ ਭੋਲ ਛਕਾਂ। ਨਾ ਮੇਰੇ ਪਿਓ ਨੇ ਛਕਿਆ ਸੀ ਨਾ ਦਾਦੇ ਨੇ। ਨਿਜ ਵੱਡਿਆਂ ਕੋ ਪੰਥ ਸੰਭਾਰੋ। ਜਿਵੇਂ ਮੇਰੇ ਵੱਡੇ ਗਏ ਨੇ ਚੱਲ ਕੇ ਉਦਾਂ ਮੈਂ ਵੀ ਚੱਲ ਜਾਵਾਂਗਾ। ਸਭ ਗੁਰ ਖੁਸ਼ੀ ਕਰਤਈ ਰਹੇ। ਹੁਣ ਮੇਰੇ ਪਿਓ ਦਾਦੇ ਤੇ ਵੀ ਤਾਂ ਗੁਰੂ ਜੀ ਦੀ ਕਿਰਪਾ ਰਹੀ ਹੈ, ਮੇਰੇ ਤੇ ਵੀ ਗੁਰੂ ਘਰ ਦੀ ਹੁਣ ਤੱਕ ਕਿਰਪਾ ਰਹੀ ਹੈ। ਹੁਣ ਮੈਨੂੰ ਇਹ ਨਵੀਂ ਪਿਰਤ ਦੀ ਕੀ ਲੋੜ ਹੈ ਕਿ ਮੈਂ ਖੰਡੇ ਦੀ ਪੌਲ ਛਕਾਂ। ਦਾਸ ਕਦੀਮੀ ਆਪਣੇ ਲਏ। ਮਹਾਰਾਜ ਸਾਰੇ ਵੱਡੇ ਗੁਰੂ ਸਾਹਿਬਾਨ ਸਾਡੇ ਵੱਡਿਆਂ ਨੂੰ ਆਪਣੇ ਕਦੀਮੀ ਦਾਸ ਜਾਣਦੇ ਰਹੇ ਨੇ। ਭਾਈ ਆਰ ਬਲ ਅਬੇ ਬਡੇਰੀ। ਮਹਾਰਾਜ ਮੇਰੀ ਹੁਣ ਉਮਰ ਵਡੇਰੀ ਹੋ ਗਈ ਹੈ, ਬੁੱਢਾ ਹੋ ਗਿਆ, ਹੁਣ ਮੈਂ ਕੀ ਖੰਡੇ ਦੀ ਪੌਲ ਛਕਣੀ। ਇਹ ਜਵਾਬ ਅੱਜ ਦੇ ਵੀ ਕਈ ਬਜ਼ੁਰਗਾਂ ਕੋਲੋਂ ਸੁਣੀਦਾ। ਕਹਿੰਦੇ ਜੀ ਹੁਣ ਦੰਦ ਨਹੀਂ ਰਹੇ ਮੂੰਹ ਵਿੱਚ ਤੇ ਹੁਣ ਕੀ ਲੋੜ ਹੈ ਅੰਮ੍ਰਿਤ ਦੀ। ਉਹ ਇੱਕ ਬਾਬਾ ਜੀ ਸਨ, ਉਹ ਕਹਿੰਦੇ ਹੁੰਦੇ ਸਨ, ਉਹ ਕਹਿੰਦੇ ਕਈ ਕਹਿੰਦੇ ਵੀ ਹੁਣ ਤਾਂ ਦੰਦ ਨਹੀਂ ਰਹੇ ਮੂੰਹ ਵਿੱਚ ਹੁਣ ਕੀ ਲੋੜ ਹੈ ਅੰਮ੍ਰਿਤ। ਉਹ ਕਹਿੰਦੇ ਵੀ ਲਾ ਅੰਮ੍ਰਿਤ ਚੱਬ ਕੇ ਛਕਣਾ। ਬਹਾਨੇ ਜੇ ਬਣਾਏ ਹੁੰਦੇ ਆ ਲੋਕਾਂ। ਦਿਆਲ ਦਾਸ ਵੀ ਇਹੀ ਕਹਿੰਦਾ ਜੀ ਬੁੱਢਾ ਹੋ ਗਿਆ ਜੀ ਹੁਣ ਕੀ ਲੋੜ ਹੈ ਮੈਨੂੰ ਅੰਮ੍ਰਿਤ ਛਕਣ ਦੀ। ਪਾਉਲ ਲੈਨ ਨਾ ਉਚਿਤਾ ਮੇਰੀ। ਹੁਣ ਇਸ ਉਮਰ 'ਚ ਮੈਂ ਕੀ ਪੌਲ ਛਕਣੀ, ਹੁਣ ਮੇਰੇ ਲਈ ਉਚਿਤ ਨਹੀਂ। ਸ਼੍ਰੀ ਮੁਖ ਤੇ ਕਹਿ ਪੁਨ ਸਮਝਾਇਓ। ਸਤਿਗੁਰੂ ਜੀ ਫਿਰ ਬੋਲੇ, ਕਲਗੀਧਰ ਜੀ ਕਹਿਣ ਲੱਗੇ ਹਮਨੇ ਉੱਤਮ ਪੰਥ ਚਲਾਇਓ। ਮਹਾਰਾਜ ਜੀ ਕਹਿੰਦੇ ਦਿਆਲ ਦਾਸ ਅਸੀਂ ਇਹ ਸ੍ਰੇਸ਼ਟ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ, ਉੱਤਮ ਪੰਥ ਦੀ। ਦੁਨੀਆ ਦੇ ਸਾਰੇ ਪੰਥਾਂ ਵਿੱਚੋਂ ਸਭ ਤੋਂ ਉੱਤਮ ਨਿਰਾਲਮ ਪੰਥ ਅਸੀਂ ਖਾਲਸਾ ਪੰਥ ਸਾਜਿਆ ਹੈ। ਲੋਕ ਪਰਲੋਕ ਵਿਖੇ ਸੁਖਦਾਇਕ। ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਪੰਥ ਸੁਖਦਾਇਕ ਹੈ। ਰਾਜ ਤੇਜ ਜੁਤ ਹੋਏ ਰਿਪਕਾਇਕ। ਰਾਜ ਤੇਜ ਸਹਿਤ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੋਵੇਗਾ ਇਹ ਪੰਥ। ਤਿਸ ਜਹਾਜ਼ ਪਰ ਚੜੇ ਜੋ ਆਏ। ਜਿਹੜਾ ਇਸ ਪੰਥ ਦੇ ਜਹਾਜ਼ ਤੇ ਚੜੇਗਾ ਖੰਡੇ ਦੀ ਪੌਲ ਛਕ ਕੇ, ਕੀਟੀ ਤੇ ਗਿਆੰਦ ਬਨ ਜਾਏ। ਉਹ ਕੀੜੀ ਤੋਂ ਹਾਥੀ ਹੋ ਜਾਏਗਾ ਜਿਹੜਾ ਇਸ ਜਹਾਜ਼ ਤੇ ਆ ਚੜੇਗਾ। ਮਹਾਰਾਜ ਜੀ ਦੇ ਬਚਨ ਨਾ, ਤ੍ਰਿਣ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ। ਗਰੀਬ ਨਿਵਾਜ ਨਾ ਦੂਸਰ ਤੋਸੋ। ਭੂਲਛ ਮੋਹ ਮਾਰੀ ਪ੍ਰਭ ਆਪਨ ਭੂਲਨ ਹਾਰ। ਕਹੂੰ ਕੋਹੂ ਮੋਸੋ। ਮੇਰਾ ਕਰੋ ਤ੍ਰਿਣ ਤੇ ਮੋਹਿ ਜਾਹੇ। ਪਾਤਸ਼ਾਹ ਕਹਿੰਦੇ ਜਿਹੜਾ ਪੰਥ ਵਿੱਚ ਆਏਗਾ ਉਹ ਘਾਹ ਦੇ ਕਿਣਕੇ ਤੋਂ ਸਮੇਰ ਵਾਂਗੂ ਵੱਡਾ ਹੋ ਜਾਏਗਾ। ਹਾਂਜੀ। ਜੇ ਸਿਆਲ ਸਮ ਸਭ ਤੇ ਡਰੇ। ਜਿਹੜੇ ਗਿੱਦੜ ਬਣ ਕੇ ਸਾਰਿਆਂ ਤੋਂ ਡਰਦੇ ਨੇ। ਬਨੇ ਸਿੰਘ ਸਿੰਘ ਨਾਮ ਸੋ ਤਰੇ। ਕਹਿੰਦੇ ਉਹ ਖੰਡੇ ਦੀ ਪੌਲ ਛਕ ਕੇ ਸਿੰਘ ਬਣ ਜਾਣਗੇ ਔਰ ਉਹਨਾਂ ਦੇ ਨਾਂ ਨਾਲ ਵੀ ਸਿੰਘ ਸ਼ਬਦ ਦੀ ਵਰਤੋਂ ਹੋਵੇਗੀ। ਜਾਂ ਤੇ ਤੂੰ ਪੀ ਤਾਰਨ ਕਰੀਏ। ਇਸ ਕਰਕੇ ਦਿਆਲ ਦਾਸ ਤੂੰ ਵੀ ਹੁਣ ਦਿਆਲ ਸਿੰਘ ਬਣ ਜਾ। ਰੀਤ ਮਸੰਦੀ ਨਾਇਨ ਤਰੀਏ। ਆ ਜਿਹੜੀ ਮਸੰਦਾਂ ਵਾਲੀ ਰੀਤ ਤੂੰ ਚਲਾਈ ਹੋਈ ਹੈ ਇਹਨੂੰ ਹੁਣ ਛੱਡ ਦੇ, ਤਿਆਗ ਦੇ। ਸੁਨ ਪੁਨ ਬਚਨ ਹਟਾਵਨ ਕੀਨਾ। ਸਤਿਗੁਰੂ ਜੀ ਦੇ ਬਚਨ ਸੁਣ ਕੇ ਨੇ ਫਿਰ ਮੋੜ ਦਿੱਤਾ, ਦੂਜੀ ਵਾਰ ਵੀ ਬਚਨ ਮੋੜ ਦਿੱਤਾ। ਗੁਰੂ ਬਾਕ ਪਰ ਨੈਣ ਪਤੀਨਾ। ਸਤਿਗੁਰੂ ਜੀ ਦੇ ਬਚਨਾਂ ਤੇ ਨਹੀਂ ਪਤੀਜਿਆ। ਅਬ ਤੋ ਕਿਰਪਾ ਕਰੋ ਰਹੇ ਐਸੇ। ਕਹਿਣ ਲੱਗਾ ਜੀ ਹੁਣ ਤਾਂ ਇਦਾਂ ਹੀ ਕਿਰਪਾ ਕਰਦੇ ਰਹੋ। ਪਿਤਾ ਪਿਤਾਮਾ ਹਮਰੇ ਜੈਸੇ। ਜਿਵੇਂ ਸਾਡੇ ਪਿਓ ਦਾਦਿਆਂ ਤੇ ਕਿਰਪਾ ਕੀਤੀ ਹੈ। ਸੁਨ ਕਰ ਗੁਰੂ ਸਰਾਪ ਤਵ ਦੀਨਾ। ਸੁਣ ਕੇ ਫਿਰ ਕਲਗੀਧਰ ਜੀ ਬੋਲੇ, ਬਾਰ ਬਾਰ ਬਚ ਬਾਰਨ ਕੀਨਾ। ਮਹਾਰਾਜ ਜੀ ਕਹਿੰਦੇ ਸਾਡੇ ਬਚਨ ਤਾਂ ਬਾਰ-ਬਾਰ ਮੋੜੇ ਨੇ। ਹਮ ਤੇ ਨੇ ਪਾਉਲ ਤੈ ਲਈ। ਸਾਡੇ ਤੋਂ ਤੂੰ ਪਾਹੁਲ ਨਹੀਂ ਲਈ, ਅਸੀਂ ਤੈਨੂੰ ਖੰਡੇ ਦੀ ਪੌਲ ਆਪ ਛਕਾਉਣੀ ਸੀ। ਅਪਰ ਬੁੱਧ ਹਟ ਤੇ ਦਿੜ ਕਈ। ਬਾਦਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਹੱਠ ਦੀ ਬੁੱਧੀ ਤਾਂ ਧਾਰਨ ਕੀਤੀ ਹੈ। ਮਿਲੇ ਚੂੜ ਜਬ ਹਮਾਰੇ। ਮਹਾਰਾਜ
ਮਹਾਰਾਜ ਜੀ ਕਹਿੰਦੇ ਹੁਣ ਸਾਡੇ ਕੋਲੋਂ ਅੰਮ੍ਰਿਤ ਨਹੀਂ ਨਾ ਛਕਿਆ, ਕਿਉਂਕਿ ਤੇਰੇ ਮਨ 'ਚ ਹੀਣ ਭਾਵ ਆ ਗਿਆ ਵੀ ਨੀਵੀਆਂ ਬਰਾਦਰੀਆਂ ਦੇ ਸਿੰਘਾਂ ਨੂੰ ਸਤਿਗੁਰੂ ਇੱਕੋ ਬਾਟੇ 'ਚ ਛਕਾਉਂਦੇ ਐ। ਮਹਾਰਾਜ ਜੀ ਕਹਿੰਦੇ ਸਮਾਂ ਆਵੇਗਾ ਦਿਆਲ ਦਾਸ, ਆ ਜਿਹੜੇ ਤੈਨੂੰ ਨੀਵੀਆਂ ਬਰਾਦਰੀਆਂ ਵਾਲੇ ਲੱਗਦੇ ਆ, ਇਹਨਾਂ ਕੋਲੋਂ ਹੀ ਤੇਰੀਆਂ ਜਿਹੜੀਆਂ ਕੁੱਲਾਂ ਦੇ ਲੋਕ ਨੇ ਉਹ ਅੰਮ੍ਰਿਤ ਛਕਿਆ ਕਰਨਗੇ। ਜਿਨ੍ਹਾਂ ਨੂੰ ਤੂੰ ਅੱਜ ਹੀਣ ਭਾਵ ਨਾਲ ਵੇਖਦਾ, ਇਹਨਾਂ ਦੇ ਕੋਲੋਂ ਹੀ ਅੰਮ੍ਰਿਤ ਛਕੋਗੇ। ਤਿਨ ਤੇ ਕਰੈ ਅੰਗੀਕਾਰੇ, ਇਹਨਾਂ ਕੋਲੋਂ ਹੀ ਅੰਮ੍ਰਿਤ ਛਕ ਕੇ ਅੰਗੀਕਾਰ ਕਰੋਗੇ। ਸੁਨ ਕਰ ਦਿਆਲ ਦਾਸ ਪਾਮੋਨ, ਸੁਣ ਕੇ ਦਿਆਲ ਦਾਸ ਚੁੱਪ ਕਰ ਗਿਆ। ਏਤਕ ਚਿਰ ਮੈਂ ਗਮਨਿਓ ਪੌਨ, ਏਦਾਂ ਕੁਝ ਸਮੇਂ ਬਾਅਦ ਇਹ ਸਤਿਗੁਰਾਂ ਕੋਲ ਬਹਿ ਕੇ ਘਰ ਚਲਾ ਗਿਆ, ਆਪਣੇ ਪਿੰਡ ਪੁੱਛੋ। ਪਛਤਾਤਾਪ ਕਰਤ ਚੱਲ ਗਏ, ਮਨ 'ਚ ਪਛਤਾਤਾਪ ਵੀ ਕਰਦਾ ਵੀ ਮੈਂ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ। ਗੁਰ ਕੇ ਸੰਗ ਬਿਰਸ ਬਹੁ ਪਇਓ, ਇਹ ਸਤਿਗੁਰਾਂ ਦੇ ਨਾਲ ਬੇਰਸੀ ਹੋ ਗਈ ਹੈ। ਤਬ ਤੇ ਸ਼੍ਰੀ ਪ੍ਰਭ ਰੁਖ ਨਾ ਮਿਲਾਇਓ। ਫਿਰ ਸਤਿਗੁਰੂ ਜੀ ਕੋਲ ਬਾਅਦ 'ਚ ਵੀ ਆਉਂਦਾ ਰਿਹਾ, ਮਹਾਰਾਜ ਜੀ ਨੇ ਇਹਦੇ ਨਾਲ ਕੋਈ ਰੁੱਖ ਨਹੀਂ ਲਾਇਆ। ਆਉਂਦਾ ਸੀ ਬਹਿ ਕੇ ਓਪਰਿਆਂ ਜਿਹਾ ਵਾਂਗੂ ਚਲਾ ਜਾਂਦਾ ਸੀ, ਹਾਲਾਂਕਿ ਬੜੇ ਵੱਡੇ ਘਰਾਣੇ 'ਚੋਂ ਸੀ। ਦਿਆਲਦਾਸ ਭਾਈ ਭਗਤੂ ਦਾ ਪੁੱਤਰ ਸੀ। ਭਾਈ ਭਗਤੂ ਜੀ ਉਹ ਮਹਾਨ ਸਿੱਖ ਸਨ, ਜਿਨ੍ਹਾਂ ਦਾ ਅੰਤਮ ਸੰਸਕਾਰ ਖੁਦ ਸਤਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ, ਤੇ ਇਹਨਾਂ ਦਾ ਜਨਮ ਗੁਰੂ ਰਾਮਦਾਸ ਜੀ ਦੇ ਬਚਨਾਂ ਨਾਲ ਹੋਇਆ ਸੀ। ਇਹਦੀ ਮਾਂ ਹੀ ਸੀ ਨਾ ਭਗਤੂ ਦੀ, ਜਿਹਨੇ ਗੁਰੂ ਰਾਮਦਾਸ ਜੀ ਨੂੰ ਕਿਹਾ ਸੀ ਸੋਨੇ ਦੀ ਮਧਾਣੀ ਹੋਵੇ ਤੇ ਪੋਤ ਨਹੁੰ ਨੂੰ ਰਿੜਕਦੀ ਵੇਖਾਂ। ਇੱਥੇ ਭਾਈ ਸੰਤੋਖ ਸਿੰਘ ਜੀ ਦੀ ਗੱਲ ਕਰਨੀ ਮੈਂ ਜ਼ਰੂਰੀ ਸਮਝਦਾ, ਜਿਹੜੇ ਕਥਾ ਲਿਖ ਰਹੇ ਨੇ। ਇਹ ਕਥਾ ਜਿਹੜੇ ਲਿਖ ਰਹੇ ਨੇ, ਇਹ ਕੈਂਥਲ ਦਾ ਜਿਹੜਾ ਰਾਜਾ ਉਦੇ ਸਿੰਘ ਹੈ, ਉਹਦੇ ਕੋਲ ਬਹਿ ਕੇ ਲਿਖ ਰਹੇ ਨੇ। ਵੇਖੋ ਭਾਈ ਸਾਹਿਬ ਨੇ ਕੋਈ ਉਹਦੀ ਖੁਸ਼ਾਮਦ ਨਹੀਂ ਕੀਤੀ ਵੀ ਕੈਂਥਲ ਦੇ ਰਾਜੇ ਦਾ ਵਡੇਰਾ ਸੀ ਦਿਆਲਦਾਸ, ਜੇ ਉਹਨੇ ਮਾੜੀ ਕਰਤੂਤ ਕੀਤੀ ਤੇ ਉਹ ਵੀ ਲਿਖੀ ਹੈ। ਇਹ ਨਹੀਂ ਵੀ ਛੁਪਾ ਦਿੱਤੀ ਵੀ ਚਲੋ ਰਾਜਾ ਹੈ ਮੈਂ ਉਹਦੇ ਕੋਲੋਂ ਨੌਕਰੀ ਕਰਦਾ ਜਾਂ ਉਹਦੇ ਕੋਲ ਰਹਿਣਾ ਤੇ ਇਹਦੇ ਵਡੇਰੇ ਦਾ ਸਹੀ ਢੰਗ ਨਾਲ ਇਤਿਹਾਸ ਲਿਖਦੇ ਆ। ਜੇ ਦਿਆਲਦਾਸ ਨੇ ਮਾੜਾ ਕੀਤਾ ਕੰਮ ਤੇ ਉਹਦੀ ਗੱਲ ਉਦਾਂ ਹੀ ਲਿਖੀ ਹੈ ਕਥਾ ਵਿੱਚ, ਖੁਸ਼ਾਮਦ ਨਹੀਂ ਕੀਤੀ। ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਬੇਬਾਕੀ ਬਿਰਤੀ ਹੈ, ਬੇਬਾਕ ਬਿਰਤੀ, ਨਿਡਰ ਬਿਰਤੀ। ਜੋ ਕਹਿਣਾ ਸੀ ਕਹਿ ਦਿੱਤਾ ਡੰਕੇ ਦੀ ਚੋਟ ਤੇ। ਹਾਂਜੀ, ਨੈ ਸਾਦਰ ਕਵ ਨਿਕਟ ਬਿਠਾਇਓ। ਦਿਆਲਦਾਸ ਬਾਅਦ ਵਿੱਚ ਆਉਂਦਾ ਜਾਂਦਾ ਰਿਹਾ ਸਤਿਗੁਰਾਂ ਕੋਲ ਦਮਦਮਾ ਸਾਹਿਬ ਕਈ ਵਾਰ। ਮਹਾਰਾਜ ਜੀ ਇਹਨੂੰ ਮੂੰਹ ਨਹੀਂ ਲਾਉਂਦੇ। ਭਗਤੂ ਕਾ ਮਸੰਦ ਧਰ ਨਾਮੋ, ਸਤਿਗੁਰੂ ਜੀ ਨੂੰ ਦਿਆਲ ਸਿੰਘ ਬਣਾਉਣਾ ਚਾਹੁੰਦੇ ਸੀ। ਹੁਣ ਜਦੋਂ ਆਉਂਦਾ ਮਹਾਰਾਜ ਕਹਿੰਦਾ ਉਹ ਭਗਤੂ ਦਾ ਮਸੰਦ ਆ ਗਿਆ। ਹੁਣ ਇਹਨੂੰ ਭਗਤੂ ਦਾ ਮਸੰਦ ਕਹਿ ਕੇ ਬੁਲਾਉਂਦੇ ਨੇ। ਨਾਇਨ ਗਮਨੇ ਇਸ ਕੇ ਧਾਮੋ, ਇਹ ਮਹਾਰਾਜ ਜੀ ਨੂੰ ਕਹਿੰਦਾ ਰਿਹਾ ਵੀ ਸਾਡੇ ਨਗਰ ਆਓ ਪੁੱਛੋ। ਮਹਾਰਾਜ ਜੀ ਕਹਿੰਦੇ ਹੁਣ ਨਹੀਂ ਜਾਣਾ। ਇਹਦੇ ਘਰ ਵੀ ਨਹੀਂ ਗਏ ਸਤਿਗੁਰਾਂ ਨੇ, ਇਹਦੇ ਘਰ ਚਰਨ ਵੀ ਨਹੀਂ ਪਾਏ। ਭਗਤੂ ਸੁਤ ਗੋਰਾ ਇੱਕ ਭਇਓ, ਭਾਈ ਭਗਤੂ ਦਾ ਇੱਕ ਦੂਜਾ ਪੁੱਤਰ ਸੀ, ਉਹਦਾ ਨਾਂ ਸੀ ਭਾਈ ਗੋਰਾ। ਤਿਸ ਤੇ ਦਿਆਲ ਦਾਸ ਉਪਜਿਓ, ਇਹ ਭਾਈ ਗੋਰੇ ਦਾ ਪੁੱਤਰ ਸੀ ਦਿਆਲਦਾਸ। ਭਾਈ ਭਗਤੂ ਜੀ ਦਾ ਪੁੱਤਰ ਗੋਰਾ ਸੀ, ਜਿਹਨੂੰ ਗੁਰੂ ਹਰਿ ਰਾਏ ਸਾਹਿਬ ਨੇ 101 ਸਰਾਪ ਦਿੱਤਾ ਸੀ ਨਾ, ਪਿੱਛੇ ਤੁਹਾਨੂੰ ਕਥਾ ਚੇਤੇ ਹੋਣੀ, ਫਿਰ ਬਖਸ਼ ਵੀ ਦਿੱਤਾ ਸੀ। ਉਹਦਾ ਪੁੱਤਰ ਸੀ ਦਿਆਲਦਾਸ। ਭਗਤੋ ਸੁਤ ਦੂਸਰ ਭਾ ਜੀਵਨ, ਇਸੇ ਤਰ੍ਹਾਂ ਕਹਿੰਦੇ ਭਾਈ ਭਗਤੂ ਦਾ ਦੂਸਰਾ ਪੁੱਤਰ ਸੀ ਜੀਵਨ। ਇੱਕ ਦਾ ਨਾਂ ਸੀ ਗੋਰਾ, ਉਹਦਾ ਸੀ ਦਿਆਲਦਾਸ ਅੱਗੋਂ ਪੁੱਤਰ। ਇੱਕ ਭਾਈ ਜੀਵਨ ਸੀ, ਇਹਨੇ ਗੁਰੂ ਹਰਿ ਰਾਏ ਸਾਹਿਬ ਦੇ ਬਚਨਾਂ ਨਾਲ ਆਪਣਾ ਸਰੀਰ ਤਿਆਗਿਆ ਸੀ ਜਦੋਂ ਇੱਕ ਬ੍ਰਾਹਮਣ ਦੇ ਲੜਕੇ ਨੂੰ ਜਵਾਇਆ ਸੀ ਗੁਰੂ ਹਰਿ ਰਾਏ ਸਾਹਿਬ ਨੇ। ਇਹ ਵੇਖੋ, ਇਹ ਪਿੱਛੋਂ ਕਥਾ ਦੀਆਂ ਲੜੀਆਂ ਜਦੋਂ ਤੁਸੀਂ ਸੁਣਿਆ ਹੋਇਆ ਤਾਂ ਇਹ ਸਾਰੀ ਕਥਾ ਦੀ ਸਮਝ ਆ ਜਾਂਦੀ। ਜਿਹੜਾ ਭਾਈ ਭਗਤੂ ਦੇ ਦੋ ਪੁੱਤਰ, ਇੱਕ ਗੋਰਾ ਸੀ, ਗੋਰੇ ਦਾ ਪੁੱਤਰ ਸੀ ਦਿਆਲਦਾਸ, ਇਹ ਪੁੱਛੋ ਦਾ ਰਹਿਣ ਵਾਲਾ। ਜਿਹੜਾ ਭਾਈ ਜੀਵਨ ਸੀ ਉਹ ਭਾਈ ਭਗਤੂ ਦਾ ਦੂਜਾ ਪੁੱਤਰ ਹੈ। ਸ਼੍ਰੀ ਹਰਿ ਰਾਏ ਨਿਕਟ ਦੀਏ ਜੀਵਨ, ਇਹਨੇ ਆਪਣਾ ਜੀਵਨ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਦੇ ਵਿੱਚ ਲੇਖੇ ਲਾਇਆ ਸੀ। ਵਿਪਰ ਪੁੱਤਰ ਕੋ ਤਬ ਜੀਵਾਇਓ, ਉਦੋਂ ਇੱਕ ਬ੍ਰਾਹਮਣ ਦੇ ਲੜਕੇ ਨੂੰ ਜਵਾਨ ਲਈ ਇਹਨੇ ਆਪਣਾ ਜੀਵਨ ਛੱਡ ਦਿੱਤਾ ਸੀ। ਤਿਸ ਕੋ ਬੰਸ ਅਧਿਕ ਬਿਰਦਾਇਓ, ਭਾਈ ਜੀਵਨ ਦੇ ਘਰ ਇਹਦੀ ਨਵੀਂ ਸ਼ਾਦੀ ਹੋਈ ਸੀ ਤੇ ਇਹਦੀ ਘਰ ਵਾਲੀ ਗਰਭਵਤੀ ਸੀ। ਮਹਾਰਾਜ ਜੀ ਨੇ ਪੁੱਛਿਆ ਵੀ ਕੋਈ ਸੰਤਾਨ ਹੈ, ਤੇ ਕਹਿਣ ਲੱਗੇ ਜੀ ਹਾਲੇ ਗਰਭਵਤੀ ਹੈ। ਮਹਾਰਾਜ ਜੀ ਕਹਿੰਦੇ ਜੀਵਨ ਦੀ ਵੰਸ਼ ਵਧੇਗੀ। ਗੁਰੂ ਹਰਿ ਰਾਏ ਸਾਹਿਬ ਨੇ ਬਚਨ ਕੀਤਾ ਸੀ।
ਤੋ ਉਹ ਭਾਈ ਜੀਵਨ ਜਿਹਦਾ ਅੱਗੋਂ ਇੱਕੋ ਇੱਕ ਪੁੱਤਰ ਸੀ, ਉਹਦਾ ਬੜਾ ਬੰਸ ਜਿਹੜਾ ਸੀ ਉਹ ਅੱਗੇ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ ਨਾਲ ਵਧਿਆ। ਗ੍ਰਾਮ ਚੱਕ ਤਿਸ ਮੈਂ ਕਰ ਬਾਸਾ। ਭਾਈ ਕੇ ਚੱਕ ਪਿੰਡ ਹੈ ਇਧਰ ਮਾਲਵੇ ਵਿੱਚ, ਉਸ ਪਿੰਡ ਵਿੱਚ ਭਾਈ ਜੀਵਨ ਦੀ ਅੰਸ ਬੰਸ ਰਹਿੰਦੀ ਹੈ। ਇਹ ਵੀ ਭਾਈ ਭਗਤੂ ਦੇ ਪੋਤਰੇ ਸਦਾਉਂਦੇ ਨੇ। ਸੋ ਚੱਲ ਕਰ ਆਏ ਗੁਰ ਪਾਸਾ। ਇਹ ਵੀ ਚੱਲ ਕੇ ਸਤਿਗੁਰੂ ਜੀ ਕੋਲ ਆਏ। ਖੰਡੇ ਕੀ ਪਾਉਲ ਤਿਨ ਲੀਨੀ। ਇਹਨਾਂ ਨੇ ਸਤਿਗੁਰਾਂ ਕੋਲੋਂ ਖੰਡੇ ਦੀ ਪੌਲ ਲੈ ਲਈ। ਖੁਸ਼ੀ ਗੁਰੂ ਕੀ ਜਿਸ ਬਿਦ ਚੀਨੀ। ਜਿਹੜੇ ਇਹ ਸਾਨੇ ਸੰਤ ਦਾਸ ਦੇ ਪੁੱਤਰ ਸੀ, ਇੱਕ ਦਾ ਨਾਂ ਰਾਮ ਸਿੰਘ ਸੀ, ਇੱਕ ਦਾ ਨਾਂ ਫਤਿਹ ਸਿੰਘ ਸੀ। ਤੋ ਇਹ ਸਤਿਗੁਰਾਂ ਕੋਲ ਆ ਕੇ ਇਹਨਾਂ ਨੇ ਖੰਡੇ ਦੀ ਪੌਲ ਛਕੀ ਤੇ ਗੁਰੂ ਕੀ ਖੁਸ਼ੀ ਲਈ। ਰਾਮ ਸਿੰਘ ਇੱਕ ਨਾਮ ਤਰਾਇਓ। ਇੱਕ ਦਾ ਨਾਂ ਸਤਿਗੁਰੂ ਜੀ ਨੇ ਰਾਮ ਸਿੰਘ ਰੱਖਿਆ, ਦੂਸਰ ਫਤਿਹ ਸਿੰਘ ਮਨ ਪਾਇਓ। ਤੇ ਦੂਜੇ ਦਾ ਨਾਂ ਫਤਿਹ ਸਿੰਘ ਰੱਖਿਆ। ਇੱਕ ਮਾਤਾ ਤੇ ਦੋਨੋਂ ਭਾਈ। ਏਦਾਂ ਇੱਕ ਮਾਤਾ ਤੋਂ ਇਹ ਦੋ ਭਰਾ ਸਨ। ਦੋ ਬਿਮਾਤ ਤੇ ਦਿਓ ਬਤਾਈ। ਦੋ ਜਿਹੜੀ ਇਹਦੀ ਮਤਰਈ ਮਾਂ ਤੋਂ ਅੱਗੇ ਦੋ ਪੁੱਤਰ ਸਨ, ਜਿਹੜੇ ਭਾਈ ਸੰਤ ਦਾਸ ਦੀਆਂ ਦੋ ਘਰ ਵਾਲੀਆਂ ਸੀ। ਇੱਕ ਦੇ ਵਿੱਚੋਂ ਰਾਮ ਸਿੰਘ ਤੇ ਫਤਿਹ ਸਿੰਘ ਸਨ, ਤੇ ਦੂਜੀ ਮਾਤਾ ਦੇ ਵਿੱਚੋਂ ਦੋ ਹੋਰ ਸੀ, ਉਹਨਾਂ ਦੇ ਨਾਂ ਦੱਸਦੇ ਨੇ। ਬਖਤੂ ਸਿੰਘ ਅਰ ਤਖਤੂ ਸਿੰਘ। ਇੱਕ ਦਾ ਨਾਂ ਭਾਈ ਬਖਤੂ ਸਿੰਘ ਤੇ ਇੱਕ ਦਾ ਨਾਂ ਤਖਤੂ ਸਿੰਘ ਸੀ। ਸੁਤ ਜੀਵਨ ਚਾਰੋ ਜਨ ਸਿੰਘ। ਇਹ ਚਾਰੇ ਭਾਈ ਜੀਵਨ ਦੇ ਪੋਤਰੇ ਸਨ। ਹਾਂਜੀ, ਨਿਕਟ ਪੁੱਤਰ ਸਨ। ਨਿਕਟ ਗ੍ਰਾਮ ਮੈਂ ਇਨਕੋ ਬਾਸਾ। ਇਹ ਭਾਈ ਜੀਵਨ ਦੇ ਪੋਤਰੇ ਸਨ, ਯਾਨੀ ਕਿ ਭਾਈ ਭਗਤੂ ਜੀ ਦੀ ਅੰਸ਼ ਵੰਸ਼ ਵਿੱਚੋਂ, ਤੇ ਇਹ ਵੀ ਨੇੜੇ ਪਿੰਡ ਦੇ ਵਿੱਚ ਵਸਦੇ ਹਨ। ਆਵਤ ਜਾਤ ਰਹੇ ਗੁਰ ਪਾਸਾ। ਇਹ ਭਾਈ ਕੇ ਚੱਕ ਤੋਂ ਸਤਿਗੁਰਾਂ ਕੋਲ ਆਉਂਦੇ ਜਾਂਦੇ ਰਹਿੰਦੇ ਨੇ। ਕਿਤਕ ਮਾਸ ਸਤਿਗੁਰੂ ਬਿਤਾਏ। ਕੁਝ ਮਹੀਨੇ ਸਤਿਗੁਰੂ ਜੀ ਦਮਦਮਾ ਸਾਹਿਬ ਰਹੇ। ਚੌਂ ਦਿਸ਼ ਤੇ ਸਿੱਖ ਦਰਸ਼ਨ ਆਏ। ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਆਉਂਦੀਆਂ ਨੇ। ਨਰ ਨਾਰਨ ਕੀ ਭੀੜ ਹਮੇਸ਼। ਬਹੁਤ ਸਾਰੇ ਨਰ ਨਾਰੀਆਂ ਦੀ ਭੀੜ ਸਤਿਗੁਰਾਂ ਕੋਲ ਰਹਿੰਦੀ ਹੈ। ਹਿਤ ਦਰਸ਼ਨ ਕੇ ਮਿਲੇ ਵਿਸ਼ੇਸ਼। ਦਰਸ਼ਨ ਕਰਨ ਲਈ ਵਿਸ਼ੇਸ਼ ਸੰਗਤਾਂ ਆਉਂਦੀਆਂ ਨੇ। ਨਾਨਾ ਬਿਦ ਕੀ ਆਨ ਅਕੋਰ। ਨਾਨਾ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਨੇ ਸਿੱਖ। ਕਰੇ ਸਮਰਪਣ ਜੁਗ ਕਰ ਜੋੜ। ਦੋਵੇਂ ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਸਮਰਪਣ ਕਰਦੇ ਹਨ। ਭਾਈ ਭਗਤੂ ਜੀ ਦੇ ਘਰ ਵਿੱਚ ਇੱਕ ਮਹਾਨ ਗੁਰਸਿੱਖ ਹੋਏ ਭਾਈ ਗੋਦੜੀਆ ਸਿੰਘ ਜੀ। ਉਹਨਾਂ ਦੀ ਕਥਾ ਭਾਈ ਸਾਹਿਬ ਜੀ ਲਿਖ ਰਹੇ ਨੇ, ਅਗਲਿਆਂ ਪ੍ਰਸੰਗਾਂ 'ਚ ਆਪ ਜੀ ਸਰਵਣ ਕਰੋਗੇ। ਸਾਧ ਸੰਗਤ ਜੀ, ਬੇਨਤੀ ਹੈ, ਨੌਵੇਂ ਪਾਤਸ਼ਾਹ ਜਗਤ ਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਰਸੋਂ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਬੜੀ ਚੜ੍ਹਦੀ ਕਲਾ 'ਚ ਕਰਵਾਏ ਜਾ ਰਹੇ ਨੇ, ਜਿਸ ਵਿੱਚ ਪੰਥ ਪ੍ਰਸਿੱਧ ਕਥਾਕਾਰ ਭਾਈ ਪਿੰਦਰਪਾਲ ਸਿੰਘ ਜੀ, ਭਾਈ ਬੰਤਾ ਸਿੰਘ ਜੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹਾਜ਼ਰੀਆਂ ਭਰ ਰਹੇ ਨੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ। ਕੁਝ ਸੰਗਤਾਂ ਦੇ ਫੋਨ ਆਏ ਸਨ ਕਿ ਪਰਸੋਂ ਵਾਲੇ ਸਮਾਗਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲ ਮੱਠ ਤਾਂ ਨਹੀਂ ਹੈ, ਕਿ ਪ੍ਰਸ਼ਾਸਨ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਢਿੱਲ ਮੱਠ ਨਹੀਂ ਹੈ। ਅਖੰਡ ਪਾਠ ਮਹਾਰਾਜ ਜੀ ਦੇ ਚਰਨਾਂ ਵਿੱਚ ਪ੍ਰਾਰੰਭ ਹੋ ਚੁੱਕੇ ਨੇ, ਅਰਦਾਸੇ ਹੋ ਗਏ ਨੇ, ਸਮਾਗਮ ਚੜ੍ਹਦੀ ਕਲਾ 'ਚ ਹੋਣਗੇ। ਇਸ ਕਰਕੇ ਸਾਰੀਆਂ ਸੰਗਤਾਂ ਅਫਵਾਹਾਂ ਤੋਂ ਬਚੋ, ਕਿਸੇ ਪ੍ਰਕਾਰ ਦੀ ਅਫਵਾਹ ਵਿੱਚ ਨਹੀਂ ਆਉਣਾ। ਚੜ੍ਹਦੀ ਕਲਾ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਚਰਨਾਂ 400 ਸਾਲਾ ਇਸੇ ਵੇਰੀ ਸਾਡੀ ਜ਼ਿੰਦਗੀ 'ਚ ਆਇਆ। ਅਗਲੀਆਂ ਜ਼ਿੰਦਗੀਆਂ ਦਾ ਕੋਈ ਪਤਾ ਨਹੀਂ ਕਿ ਹੋਰ ਕਿਹੜੀ ਸ਼ਤਾਬਦੀ ਨੌਵੇਂ ਪਾਤਸ਼ਾਹ ਜੀ ਦੀ ਸਾਡੇ ਜੀਵਨ ਵਿੱਚ ਨਹੀਂ ਆਉਣੀ। ਤੋ ਇਹ 400 ਸਾਲਾ ਸ਼ਤਾਬਦੀ ਸਾਡੇ ਜੀਵਨ ਵਿੱਚ ਆਈ ਹੈ। ਚੜ੍ਹਦੀ ਕਲਾ ਵਿੱਚ ਮਨਾਉਂਦਿਆਂ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਭਰਦਿਆਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ, ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਦਰਬਾਰ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣਨਾ ਹੈ। ਇਹ ਬੇਨਤੀ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਹੈ। ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਗਏ ਨੇ, ਅਰਦਾਸ ਹੋ ਗਈ ਹੈ। ਸਮਾਗਮਾਂ ਦੇ ਪ੍ਰਾਰੰਭ ਤੋਂ ਪਹਿਲਾਂ ਅੱਜ ਹੀ ਤਕਰੀਬਨ ਇਹ ਸਮਾਗਮ ਆਰੰਭ ਹੋ ਗਏ ਨੇ। ਪਰਸੋਂ ਸਵੇਰੇ ਤਕਰੀਬਨ 6:30 ਵਜੇ ਭੋਗ ਪੈ ਜਾਣਗੇ ਅਖੰਡ ਪਾਠਾਂ ਦੇ। ਉਪਰੰਤ ਦੀਵਾਨ ਹਾਲ ਦੇ ਵਿੱਚ ਕਥਾ ਦਾ ਜਿਹੜਾ ਸਮਾਂ ਸਵੇਰ ਦਾ, ਉਹ ਪਰਸੋਂ ਸਵੇਰੇ 7 ਵਜੇ ਕਥਾ ਦੀਵਾਨ ਹਾਲ ਵਿੱਚ ਹੋਵੇਗੀ।
ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੇ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਤੁਕ ਪੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓਣ ਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜਾ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।